ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਪੰਜਵਾ। ਚਰਨ ਠਾਕੁਰ ਕੇ ਹਿਰਦੈ ਸਮਾਣੇ, ਕਲ ਕਲੇਸ਼ ਸਭ ਦੂਰ ਪਿਆਣੇ। ਸ਼ਾਂਤ ਸੁਖ ਸਹਿਜ ਧੁਨ ਉਪਜੀ, ਸਾਧੂ ਸੰਗ ਨਿਵਾਸਾ ਜਿਉ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ, ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਮਾਝ ਰਾਗ ਦੇ ਵਿੱਚ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 105 ਦੇ ਉੱਪਰ ਸੁਭਾਏਮਾਨ ਹੈ। ਸਤਿਗੁਰੂ ਮਹਾਰਾਜ ਜੀ ਅੱਜ ਦੇ ਸ਼ਬਦ ਵਿੱਚ ਕਿਰਪਾ ਕਰਦੇ ਨੇ ਕਿ ਜਿਨ੍ਹਾਂ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਹੋਈ, ਔਰ ਕਿਰਪਾ ਦੇ ਸਦਕਾ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਵਰ ਦੇ ਚਰਨ ਜਿਹੜੇ ਨੇ ਵਸ ਗਏ, ਸਮਾ ਗਏ, ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਦੀ ਕਲ ਕਲੇਸ਼ ਨਿਕਲ ਗਿਆ। ਉਹਨਾਂ ਦੇ ਜੀਵਨ ਵਿੱਚੋਂ ਜਿਹੜਾ ਕਲਯੁਗ ਦੇ ਪ੍ਰਭਾਵ ਹੇਠ ਜੋ ਜੀਵਨ ਦੇ ਅੰਦਰ ਕਲੇਸ਼ ਬਣਿਆ ਸੀ, ਉਹ ਸਦਾ ਵਾਸਤੇ ਦੂਰ ਹੋ ਗਿਆ। ਕੁਝ ਝਗੜੇ ਸਾਡੇ ਬਾਹਰੀ ਹੁੰਦੇ ਨੇ, ਪਰ ਕੁਝ ਝਗੜੇ ਸਾਡੇ ਜੋ ਸਾਡੇ ਜੀਵਨ ਦੇ ਅੰਦਰ ਨਿੱਤ ਹੁੰਦੇ ਹਨ, ਉਹਨਾਂ ਦਾ ਕਾਰਨ ਕੀ ਹੈ? ਕਲਯੁਗ ਦਾ ਪ੍ਰਭਾਵ। ਕਲਯੁਗ ਦਾ ਪ੍ਰਭਾਵ ਦਾ ਮਤਲਬ ਹੈ ਕਿ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹਨਾਂ ਕਰਕੇ ਹੀ ਜੀਵਨ ਦੇ ਅੰਦਰ ਕਲਾ ਕਲੇਸ਼ ਹੈ। ਤੇ ਜਦੋਂ ਸਾਡੇ ਜੀਵਨ ਵਿੱਚੋਂ ਦੀ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੋਂ ਛੁਟਕਾਰਾ ਹੋ ਗਿਆ ਤੇ ਜੀਵਨ ਦਾ ਕਲ ਕਲੇਸ਼ ਵੀ ਸਾਡਾ ਮੁੱਕ ਜਾਏਗਾ। ਪਰ ਉਹ ਕਦੋਂ ਹੋਏਗਾ? ਜਦੋਂ ਵਾਹਿਗੁਰੂ ਜੀ ਦੇ ਚਰਨ ਹਿਰਦੇ ਵਿੱਚ ਵਸਣਗੇ। ਠਾਕੁਰ ਜੋ ਸਾਰੀ ਦੁਨੀਆ ਦਾ ਮਾਲਕ ਹੈ, ਹਮਰਾ ਠਾਕੁਰ ਸਭ ਤੇ ਉੱਚਾ। ਇਹ ਗੱਲ ਗੁਰੂ ਸਾਹਿਬ ਜੀ ਨੇ ਇਸ ਲਈ ਆਖੀ ਹੈ ਕਿਉਂਕਿ ਕਈਆਂ ਨੂੰ ਭੁਲੇਖਾ ਪੈ ਗਿਆ, ਉਹਨਾਂ ਨੇ ਆਪਣਾ ਆਪਣਾ ਠਾਕੁਰ ਬਣਾ ਲਿਆ। ਪਰ ਸਾਹਿਬ ਜੀ ਕਹਿੰਦੇ ਜਿਸ ਠਾਕੁਰ ਦੀ ਗੱਲ ਕਰਦੇ ਆ ਉਹ ਸਭ ਤੋਂ ਉੱਚਾ ਹੈ, ਉਸ ਤੋਂ ਉੱਪਰ ਹੋਰ ਕੋਈ ਵੀ ਠਾਕੁਰ ਨਹੀਂ।
ਜੋ ਸਾਰੀ ਦੁਨੀਆ ਨੂੰ ਬਣਾਉਣ ਵਾਲਾ, ਚਲਾਉਣ ਵਾਲਾ ਔਰ ਸਾਰੀ ਦੁਨੀਆ ਨੂੰ ਮਿਟਾਉਣ ਵਾਲਾ ਹੈ। ਔਰ ਦੂਸਰੀ ਗੱਲ, ਜਿਹੜੇ ਠਾਕੁਰ ਅਸੀਂ ਮੰਨਦੇ ਹਾਂ ਉਹ ਸਾਡੇ ਹੀ ਵੱਡੇ ਵਡੇਰਿਆਂ ਦੇ ਬਣਾਏ ਹੋਏ ਆ। ਪਰ ਜਿਹੜਾ ਹਮਰਾ ਠਾਕੁਰ ਸਭ ਤੇ ਉੱਚਾ ਹੈ, ਅਸੀਂ ਉਹਨੂੰ ਨਹੀਂ ਬਣਾਇਆ, ਉਹਨੇ ਸਾਨੂੰ ਬਣਾਇਆ ਹੈ। ਸਾਡੀ ਰਚਨਾ ਉਸ ਮਾਲਕ ਨੇ ਕੀਤੀ ਹੈ, ਅਸੀਂ ਉਸ ਮਾਲਕ ਦੀ ਰਚਨਾ ਨਹੀਂ ਕੀਤੀ। ਸਾਨੂੰ ਸਾਜਣ ਸਵਾਰਨ ਵਾਲਾ ਉਹ ਠਾਕੁਰ ਹੈ, ਅਸੀਂ ਨਹੀਂ ਉਹਨੂੰ ਸਾਜਿਆ ਸਵਾਰਿਆ। ਜਿਹੜੇ ਇਸ ਧਰਤੀ ਦੇ ਉੱਤੇ ਜਿੰਨੇ ਵੀ ਅਸੀਂ ਤਰ੍ਹਾਂ ਦੇ ਠਾਕੁਰ ਦੇਖਦੇ ਹਾਂ, ਇਹ ਸਾਡੇ ਹੱਥਾਂ ਤੋਂ ਹੀ ਬਣੇ ਹੋਏ ਆ। ਤੇ ਜਿਹੜਾ ਮਨੁੱਖ ਦੇ ਹੱਥਾਂ ਤੋਂ ਬਣਿਆ ਉਹ ਠਾਕੁਰ ਨਹੀਂ ਹੋ ਸਕਦਾ। ਠਾਕੁਰ ਤੇ ਉਹ ਹੈ ਜਿਹੜੇ ਸਾਰੀ ਦੁਨੀਆ ਦੀ ਰਚਨਾ ਕੀਤੀ ਹੈ, ਜਿਸ ਤੋਂ ਉੱਪਰ ਕੋਈ ਨਹੀਂ। ਅਕਾਲ ਪੁਰਖ ਪਰਮੇਸ਼ਵਰ। ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ, ਚਰਨ ਠਾਕੁਰ ਕੇ ਹਿਰਦੈ ਸਮਾਣੇ। ਜਿਨ੍ਹਾਂ ਦੇ ਹਿਰਦੇ ਵਿੱਚ ਠਾਕੁਰ ਵਾਹਿਗੁਰੂ ਜੀ ਦੇ ਚਰਨ ਸਮਾ ਗਏ। ਹੁਣ ਚਰਨ ਹਿਰਦੇ ਵਿੱਚ ਕਿਵੇਂ ਸਮਾਉਣੇ ਆ? ਜਦ ਕਿ ਜਿਸ ਠਾਕੁਰ ਦੀ ਗੱਲ ਹੋ ਰਹੀ ਹੈ ਉਹਦਾ ਤੇ ਕੋਈ ਰੂਪ, ਰੰਗ, ਸ਼ਕਲ, ਸੂਰਤ, ਉਹਦੇ ਤੇ ਕੋਈ ਹੱਥ, ਪੈਰ, ਮੂੰਹ, ਨੱਕ, ਕੰਨ ਹੈ ਹੀ ਨਹੀਂ। ਤੇ ਜੇ ਉਹਦਾ ਕੋਈ ਹੱਥ, ਪੈਰ, ਨੱਕ, ਮੂੰਹ, ਕੰਨ ਹੈ ਹੀ ਨਹੀਂ, ਤੇ ਅਸੀਂ ਉਹਦੇ ਚਰਨ ਕਿਵੇਂ ਹਿਰਦੇ 'ਚ ਵਸਾਵਾਂਗੇ? ਉਹ ਸ਼ਕਲ ਸੂਰਤ ਤੋਂ ਨਿਰਲੇਪ ਹੈ, ਉਹ ਅਕਾਲ, ਉਹ ਕਾਲ ਤੋਂ ਰਹਿਤ ਹੈ, ਸਮੇਂ ਤੋਂ ਰਹਿਤ ਹੈ। ਉਹਦੀ ਜਿਹੜੀ ਮੂਰਤ ਹੈ, ਮੂਰਤੀ ਤਸਵੀਰ ਹੈ, ਉਹ ਸਮੇਂ ਤੋਂ ਰਹਿਤ ਹੈ। ਸਾਡੀ ਤਸਵੀਰ ਸਮੇਂ ਨਾਲ ਬਣੀ, ਸਮੇਂ ਨਾਲ ਬਦਲ ਗਈ, ਔਰ ਸਮੇਂ ਦੇ ਵਿੱਚ ਇਹ ਮਿਟ ਜਾਏਗੀ। ਪਰ ਜਿਸ ਪਰਮੇਸ਼ਵਰ ਦੀ ਗੱਲ ਕਰਦੇ ਹਾਂ, ਉਹ ਤਾਂ ਉਹਦੀ ਕੋਈ ਤਸਵੀਰ ਨਾ ਬਣੀ ਤੇ ਨਾ ਬਣਾ ਸਕਦਾ ਹੈ, ਕਿਉਂਕਿ ਉਹਦਾ ਕੋਈ ਰੂਪ, ਰੰਗ, ਚੱਕਰ, ਚਿਹਨ ਹੀ ਨਹੀਂ। ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ। ਉਹ ਤਿੰਨਾਂ ਗੁਣਾਂ ਤੋਂ ਭਿੰਨ, ਵੱਖਰਾ ਹੈ। ਫਿਰ ਚਰਨ ਅਸੀਂ ਕਿੱਥੋਂ ਲੈ ਕੇ ਆਵਾਂਗੇ ਠਾਕੁਰ ਦੇ? ਚਲੋ ਜੇ ਚਰਨ ਲੈ ਵੀ ਆਏ ਤੇ ਉਹਨੂੰ ਹਿਰਦੇ 'ਚ ਕਿਵੇਂ ਸਮਾਵਾਂਗੇ? ਜਾਂ ਦੁਨੀਆ ਵਿੱਚ ਜਿਹੜੇ ਅਸੀਂ ਠਾਕੁਰ ਬਣਾ ਕੇ ਉਹਨਾਂ ਦੀ ਪੂਜਾ ਕਰ ਰਹੇ ਹਾਂ, ਉਹਨੂੰ ਆਪਣੇ ਹਿਰਦੇ ਵਿੱਚ ਕਿਵੇਂ ਤੁਸੀਂ ਵਸਾਓਗੇ? ਇਸ ਲਈ ਠਾਕੁਰ ਦੇ ਚਰਨ ਦਾ ਮਤਲਬ ਹੈ ਪਰਮੇਸ਼ਵਰ ਦਾ ਨਾਮ, ਪਰਮੇਸ਼ਵਰ ਦਾ ਸੱਚਾ ਨਾਮ। ਹੁਣ ਜਾਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ, ਸ਼ਬਦ ਗੁਰੂ ਨਾਲ ਜੁੜੇ ਹਾਂ, ਤੇ ਜਦੋਂ ਗੁਰੂ ਸਾਹਿਬ ਦੀ ਗੱਲ ਆਉਂਦੀ ਹੈ ਤੇ ਅਸੀਂ ਕਹਿੰਦੇ ਹਾਂ ਕਿ ਗੁਰੂ ਸਾਹਿਬ ਜੀ ਤੁਹਾਡੇ ਚਰਨ ਧੋ ਧੋ ਕੇ ਪੀਵਾਂ। ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕਿਵੇਂ ਧੋ ਕੇ ਪੀ ਸਕਦੇ ਹਾਂ? ਗੁਰ ਕੇ ਚਰਨ ਧੋਏ ਧੋਏ ਪੀਵਾਂ। ਹੁਣ ਜਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਜਿਸ ਪੀੜਾ ਸਾਹਿਬ ਤੇ ਬਿਰਾਜਮਾਨ ਨੇ, ਪਲੰਗ ਸਾਹਿਬ ਤੇ ਬਿਰਾਜਮਾਨ ਨੇ, ਜਾਂ ਤੇ ਉਹ ਸਾਨੂੰ ਧੋ ਕੇ ਪੀਣੇ ਪਏ, ਤੇ ਜਾਂ ਫਿਰ ਸਾਨੂੰ ਗੁਰਬਾਣੀ ਧੋ ਕੇ ਪੀਣੀ ਪੈਣੀ ਆ। ਇਹਦਾ ਮਤਲਬ ਕਿ ਅੰਦਰ ਐਸੀ ਇੱਕ ਗੁਰੂ ਪ੍ਰਤੀ ਭਾਵਨਾ ਹੈ, ਗੁਰੂ ਪ੍ਰਤੀ ਇੰਨਾ ਅਥਾਹ ਪਿਆਰ ਹੈ ਕਿ ਵਾਹਿਗੁਰੂ ਜੀ ਮੈਂ ਤੁਹਾਡੇ ਚਰਨਾਂ ਨੂੰ ਧੋ ਧੋ ਕੇ ਪੀਵਾਂ। ਭਾਵ ਕਿ ਗੁਰਬਾਣੀ ਨੂੰ ਰਸ ਬਣਾ ਕੇ ਮੈਂ ਪੀਵਾਂ। ਗੁਰਬਾਣੀ ਦਾ ਜਿਹੜਾ ਰਸ ਹੈ ਉਹ ਮੈਂ ਇਸ ਰਸਨਾ ਦੇ ਰਾਹੀਂ ਪੀਣਾ ਕਰਾਂ। ਇਸ ਲਈ ਮਹਾਰਾਜ ਕਹਿੰਦੇ, ਚਰਨ ਠਾਕੁਰ ਕੇ ਹਿਰਦੈ ਸਮਾਣੇ। ਜਿਨ੍ਹਾਂ ਦੇ ਹਿਰਦੇ ਵਿੱਚ ਠਾਕੁਰ ਪਰਮੇਸ਼ਵਰ ਦੇ ਨਾਮ ਰੂਪੀ ਚਰਨ ਸਮਾ ਗਏ, ਕਲ ਕਲੇਸ਼ ਸਭ ਦੂਰ ਪਿਆਣੇ। ਉਹਨਾਂ ਦੇ ਜੀਵਨ ਵਿੱਚੋਂ ਜਿਹੜਾ ਕੱਲ ਦਾ ਕਲੇਸ਼ ਸੀ,
ਜੋ ਵਿਕਾਰਾਂ ਕਰਕੇ ਕਲੇਸ਼ ਬਣਿਆ ਸੀ ਜੀਵਨ ਵਿੱਚ, ਉਹ ਸਾਰਾ ਹੀ ਦੂਰ ਹੋ ਗਿਆ। ਵਿੱਚੋਂ ਦੀ ਉਹ ਕਲ ਕਲੇਸ਼ ਜਿਹੜਾ ਸੀ ਉਹ ਨਿਕਲ ਹੀ ਗਿਆ। ਸਦਾ ਵਾਸਤੇ ਇਹ ਕਲਾ ਕਲੇਸ਼ ਮੁੱਕ ਗਿਆ। ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ, ਤੇ ਜਦੋਂ ਕਲ ਕਲੇਸ਼ ਮੁੱਕਿਆ, ਉਸ ਤੋਂ ਬਾਅਦ ਕੀ ਹੋਇਆ? ਸ਼ਾਂਤ ਸੂਖ ਸਹਿਜ ਧੁਨ ਉਪਜੀ। ਫਿਰ ਮਨ ਨੂੰ ਟਿਕਾ ਆਇਆ, ਮਨ ਸ਼ਾਂਤ ਹੋ ਗਿਆ। ਜਿੰਨਾ ਚਿਰ ਕਲ ਕਲੇਸ਼ ਹੈ ਉਨਾ ਚਿਰ ਮਨ ਸ਼ਾਂਤ ਨਹੀਂ ਹੁੰਦਾ। ਜਾਂ ਜਿਨ੍ਹਾਂ ਦੇ ਘਰਾਂ ਵਿੱਚ ਬਾਹਰੀ ਤੌਰ 'ਤੇ ਕਲੇਸ਼ ਰਹਿੰਦਾ 24 ਘੰਟੇ, ਸਵੇਰੇ ਵੀ ਝਗੜਾ, ਦੁਪਹਿਰੇ ਵੀ ਝਗੜਾ, ਰਾਤੀ ਵੀ ਝਗੜਾ, ਉੱਠਦਿਆਂ ਵੀ ਕਲੇਸ਼, ਸੌਂਦਿਆਂ ਵੀ ਕਲੇਸ਼ ਹੈ, ਉਹਨਾਂ ਦੇ ਮਨ ਕਿੱਥੇ ਸ਼ਾਂਤ ਰਹਿੰਦੇ ਆ? ਉਹਨਾਂ ਦੇ ਮਨ ਨੂੰ ਸਕੂਨ ਕਿੱਦਾਂ ਮਿਲੇਗਾ? ਮਿਲਦਾ ਹੀ ਨਹੀਂ ਸਕੂਨ। ਜਦੋਂ ਇਹ ਕਲੇਸ਼ ਜੀਵਨ ਵਿੱਚੋਂ ਦੀ ਦੂਰ ਹੋਏਗਾ, ਫਿਰ ਮਨ ਨੂੰ ਸ਼ਾਂਤੀ ਮਿਲਣੀ ਹੈ। ਕਈ ਵਾਰ ਜੀਵਨ ਵਿੱਚ ਬਹੁਤਾ ਸਮਾਂ ਸਾਡਾ ਝਗੜਿਆਂ ਵਿੱਚ, ਕਲੇਸ਼ ਵਿੱਚ ਲੰਘ ਜਾਂਦਾ ਹੈ, ਤੇ ਜਦੋਂ ਕੋਈ ਕਲੇਸ਼ ਝਗੜਾ ਨਿਪਟ ਜਾਏ, ਫਿਰ ਬੰਦਾ ਹੱਥ ਜੋੜ ਕੇ ਕਹਿੰਦਾ ਸ਼ੁਕਰ ਹੈ ਹੁਣ ਜਾ ਕੇ ਕਿਤੇ ਮਨ ਨੂੰ ਚੈਨ ਆਇਆ, ਹੁਣ ਜਾ ਕੇ ਕਿਤੇ ਮਨ ਨੂੰ ਟਿਕਾ ਆਇਆ, ਨਹੀਂ ਤੇ ਹਾਲਤ ਬੜੀ ਬੁਰੀ ਹੋਈ ਪਈ ਸੀ। ਬਾਹਰੀ ਤੌਰ ਤੇ ਵੀ ਬਹੁਤ ਐਸੇ ਘਰ ਹੈ ਜਿੱਥੇ ਹਰ ਵੇਲੇ ਕਲੇਸ਼ ਤੋਂ ਸਿਵਾ ਹੈ ਹੀ ਕੁਛ ਨਹੀਂ। ਜਿੰਨੇ ਘਰ ਦੇ ਜੀਅ ਹੈ ਆਪਸ ਵਿੱਚ ਟਕਰਾ ਰਹੇ ਨੇ, ਇੱਕ ਦੂਜੇ ਨਾਲ ਕਲੇਸ਼, ਐਸਾ ਝਗੜਾ ਬਣਿਆ ਹੋਇਆ ਕਿ ਕਈਆਂ ਦਾ ਕਲੇਸ਼ ਚਾਰ ਦੀਵਾਰੀ ਤੋਂ ਬਾਹਰ ਨਿਕਲ ਕੇ ਕੋਰਟ ਕਚਹਿਰੀਆਂ ਤੱਕ ਚਲਾ ਜਾਂਦਾ ਹੈ। ਝਗੜਾ ਮਾਮੂਲੀ ਜਿਹੀ ਗੱਲ ਦਾ ਹੋਇਆ, ਚਲੋ ਚਾਰ ਦੀਵਾਰੀ ਦੇ ਅੰਦਰ ਸੀ, ਪਰਦਾ ਬਣਿਆ ਸੀ, ਪਰ ਜਦੋਂ ਉਹ ਬਾਹਰ ਆਇਆ ਤੇ ਆਉਂਦਿਆਂ ਹੀ ਕੋਰਟ ਕਚਹਿਰੀਆਂ ਤੇ ਪਹੁੰਚ ਗਿਆ। ਹੁਣ ਰੋਜ਼ ਤਰੀਕਾਂ ਭੁਗਤੋ। ਬੰਦਾ ਪਰੇਸ਼ਾਨੀ ਦੇ ਵਿੱਚ ਘਿਰਿਆ ਹੋਇਆ, ਫਿਰ ਕਹਿੰਦਾ ਵੀ ਕੋਈ ਹੱਲ ਨਿਕਲੇ, ਕੋਈ ਰਾਹ ਨਿਕਲੇ। ਤੇ ਜਦੋਂ ਕੋਈ ਹੱਲ ਤੇ ਰਾਹ ਦੀ ਗੱਲ ਕਰਦਾ ਹੈ, ਫਿਰ ਇਹ ਸਿਆਣਿਆਂ ਕੋਲ ਚਲਾ ਜਾਂਦਾ ਹੈ, ਫਿਰ ਇਹ ਪੁੱਛਣ ਚਲਾ ਜਾਂਦਾ ਵੀ ਦੱਸੋ ਮੇਰੇ ਜੀਵਨ ਦਾ, ਮੇਰੇ ਘਰ ਦਾ ਕਲੇਸ਼ ਕਿਵੇਂ ਮੁੱਕੇਗਾ। ਫਿਰ ਜਿਹਦੇ ਕੋਲ ਗਿਆ ਉਹਨੇ ਆਪਣਾ ਉਪਾਅ ਦੱਸ ਦਿੱਤਾ, ਉਹਨੇ ਆਪਣੀ ਜੁਗਤੀ ਦੱਸ ਦਿੱਤੀ। ਅਸੀਂ ਘਰ ਦੇ ਕਲੇਸ਼ ਮੁਕਾਉਣੇ ਸੀ, ਅਸੀਂ ਉਹਨਾਂ ਦੇ ਦੱਸੇ ਹੋਏ ਉਪਾਅ ਕਰਨ ਤੁਰ ਪਏ। ਪਹਿਲਾਂ ਘੱਟ ਪਰੇਸ਼ਾਨੀਆਂ ਸੀ, ਹੁਣ ਹੋਰ ਵੱਧ ਗਈਆਂ ਪਰੇਸ਼ਾਨੀਆਂ। ਕਈਆਂ ਦੇ ਘਰ ਦੇ ਵਿੱਚ ਤਾਂ ਆਟਾ ਵੀ ਮਸਾਂ ਘਰ ਵਿੱਚ ਜੁੜਦਾ ਹੈ, ਪਰ ਜਦੋਂ ਕੋਈ ਉਪਾਅ ਦੱਸ ਦੇਵੇ ਫਿਰ ਬੰਦਾ ਇੱਧਰੋਂ ਉੱਧਰੋਂ ਕਰ ਉਪਾਅ ਕਰਨ ਲਈ ਤਿਆਰ ਹੋ ਜਾਂਦਾ ਹੈ। ਘਰ ਵਿੱਚ ਭਾਵੇਂ ਰੋਟੀ ਬਣੇ ਨਾ ਬਣੇ, ਪਰ ਬੰਦਾ ਕਹਿੰਦਾ ਵੀ ਉਹ ਉਪਾਅ ਮੈਂ ਜ਼ਰੂਰ ਕਰਕੇ ਆਉਣਾ ਹੈ। ਅਸੀਂ ਇਹਨਾਂ ਸਾਰੇ ਚੱਕਰਾਂ ਦੇ ਵਿੱਚ ਨਹੀਂ ਪੈਣਾ, ਕਿਉਂਕਿ ਗੁਰਬਾਣੀ ਸਾਨੂੰ ਇਹਨਾਂ ਚੱਕਰਾਂ 'ਚ ਪਾਉਂਦੀ ਹੋਈ ਨਹੀਂ ਹੈ। ਗੁਰਬਾਣੀ ਸਾਨੂੰ ਇਸ ਭਰਮ ਦੇ ਵਿੱਚ ਪਾਉਂਦੀ ਨਹੀਂ, ਸਗੋਂ ਸਾਡੇ ਭਰਮ ਨੂੰ ਖਤਮ ਕਰਦੀ ਹੈ, ਭੁਲੇਖੇ ਕੱਢਦੀ ਹੈ। ਕਦੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਵੀ ਪੰਕਤੀ ਐਸੀ ਆਈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਮੇਰੇ ਝਗੜੇ, ਮੇਰੇ ਕਲੇਸ਼ ਕਿਵੇਂ ਮੁੱਕਣਗੇ, ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਵੀ ਪੰਕਤੀ 'ਚ ਕਿਤੇ ਕਿਹਾ ਹੋਵੇ ਵੀ ਤੂੰ ਸੋਮਵਾਰ ਫਲਾਣੀ ਥਾਂ ਤੇ ਜਾ ਕੇ ਆ, ਤੂੰ ਮੰਗਲਵਾਰ ਨੂੰ ਫਲਾਣੀ ਥਾਂ ਤੇ ਜਾ ਕੇ ਆ, ਤੇਰੇ ਘਰ ਦੇ ਕਲੇਸ਼ ਮੁੱਕ ਜਾਣਗੇ, ਜਾਂ ਤੂੰ ਸ਼ਨੀਵਾਰ ਨੂੰ ਆਹ ਚੀਜ਼ ਚੜਾ ਤੇ ਤੇਰੇ ਕਲੇਸ਼ ਮੁੱਕ ਜਾਣਗੇ। ਗੁਰੂ ਗ੍ਰੰਥ ਸਾਹਿਬ ਜੀ ਨੇ ਕੀ ਕਿਹਾ? ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਰ ਏਕ ਸਿਮਰ, ਹਰ ਏਕ ਸਿਮਰ, ਏਕ ਸਿਮਰ ਪਿਆਰੇ, ਕਲ ਕਲੇਸ਼ ਲੋਭ ਮੋਹ ਮਹਾ ਭਵ ਜਲ ਤਾਰੇ। ਸਾਹਿਬ ਜੀ ਕਹਿੰਦੇ ਜਿਹੜਾ ਸਿਮਰਨ ਮੈਂ ਕਰਦਾ ਤੁਸੀਂ ਵੀ ਕਰੋ, ਜਿਹਦੇ ਨਾਮ ਨੂੰ ਮੈਂ ਸਿਮਰ ਰਿਹਾ ਹਾਂ ਤੁਸੀਂ ਵੀ ਉਹਦੇ ਨਾਮ ਨੂੰ ਸਿਮਰੋ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼
ਤਨ ਮਾਹੇ ਮਿਟਾਵੋ। ਤਨ ਅੰਦਰ ਜਿਹੜਾ ਕਲੇਸ਼ ਬਣਿਆ, ਜਦੋਂ ਅੰਦਰ ਦਾ ਝਗੜਾ ਮੁੱਕਿਆ, ਬਾਹਰ ਦੇ ਆਪੇ ਹੀ ਮੁੱਕ ਜਾਣੇ ਆ। ਅਸਲ ਵਿੱਚ ਸ਼ੁਰੂਆਤ ਤਾਂ ਅੰਦਰੋਂ ਹੀ ਹੋਈ ਹੈ ਨਾ। ਝਗੜਿਆਂ ਦਾ ਕਾਰਨ ਕੀ ਹੈ? ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਨਾ ਕਾਮ ਹੋਵੇ ਨਾ ਝਗੜਾ ਹੋਵੇ, ਨਾ ਕ੍ਰੋਧ ਹੋਵੇ ਤੇ ਨਾ ਝਗੜਾ ਹੋਵੇ, ਨਾ ਲੋਭ ਹੋਵੇ ਨਾ ਝਗੜਾ ਹੋਵੇ, ਨਾ ਮੋਹ ਹੋਵੇ ਨਾ ਝਗੜਾ ਹੋਵੇ, ਨਾ ਹੰਕਾਰ ਹੋਵੇ ਨਾ ਝਗੜਾ। ਇਹ ਸਾਰੇ ਝਗੜਿਆਂ ਦੀ ਜੜ ਜਿਹੜੀ ਹੈ ਨਾ, ਉਹ ਇਹ ਪੰਜ ਨੇ, ਜਿਹੜੇ ਅੰਦਰੋਂ ਵੀ ਸਾਨੂੰ ਹਰ ਵੇਲੇ ਕਲੇਸ਼ ਵਿੱਚ ਰੱਖਦੇ ਆ ਤੇ ਬਾਹਰੋਂ ਵੀ ਸਾਡੇ ਜੀਵਨ ਦਾ ਕਲੇਸ਼ ਨਹੀਂ ਮੁੱਕਦਾ। ਤਾਂ ਹੀ ਤੇ ਮਹਾਰਾਜ ਨੇ ਕਿਹਾ ਸੀ, ਤੇਰੇ ਘਰ ਦੇ ਅੰਦਰ ਵੀ ਸੁੱਖ ਵਰਤੇਗਾ, ਤੇਰੇ ਘਰ ਦੇ ਬਾਹਰ ਵੀ ਸੁੱਖ ਵਰਤੇਗਾ, ਪਰ ਸ਼ਰਤ ਹੈ ਅਧੂਰਿਆਂ ਕੋਲ ਨਾ ਜਾਈਂ, ਕਿਸੇ ਸਿਆਣੇ ਕੋਲ ਪੁੱਛਣ ਵਾਸਤੇ ਨਾ ਚਲਾ ਜਾਈਂ, ਨਹੀਂ ਤੇ ਹੋਰ ਚੱਕਰਾਂ 'ਚ ਭਰਮਾਂ 'ਚ ਪੈ ਜਾਏਗਾ। ਜਿਹੜਾ ਤੈਨੂੰ ਗੁਰੂ ਨੇ ਉਪਦੇਸ਼ ਦਿੱਤਾ ਹੈ, ਤੂੰ ਉਹਨੂੰ ਦ੍ਰਿੜ ਕਰ, ਉਹਨੂੰ ਕਮਾ। ਜਦੋਂ ਤੂੰ ਉਹਨੂੰ ਕਮਾਏਗਾ, ਤੈਨੂੰ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਪਏਗੀ। ਘਰ ਸੁਖ ਵਸਿਆ, ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਜਿਹੜਾ ਗੁਰੂ ਨੇ ਮੰਤਰ ਦਾ ਅਰਥ ਉਪਦੇਸ਼ ਦਿੱਤਾ, ਉਹਨੂੰ ਦ੍ਰਿੜ ਕਰ, ਉਹਦੇ ਤੇ ਪਹਿਰਾ ਦੇ। ਤੇ ਗੁਰੂ ਸਾਹਿਬ ਜੀ ਕਹਿੰਦੇ ਆ, ਤੂੰ ਪਹਿਰਾ ਕਿਹਦੇ ਤੇ ਦੇਣਾ? ਸਿਮਰੋਂ ਸਿਮਰ ਸਿਮਰ ਸੁਖ ਪਾਵੋ। ਤੂੰ ਉਸ ਪਰਮੇਸ਼ਵਰ ਨੂੰ ਸਿਮਰ, ਤੂੰ ਉਹਨੂੰ ਚੇਤੇ ਕਰ ਜਿਹਨੇ ਤੈਨੂੰ ਇਹ ਜੀਵਨ ਦਿੱਤਾ ਹੈ। ਤੇਰੀ ਜ਼ਿੰਦਗੀ ਦੀ ਮੁਸ਼ਕਲਾਂ ਵੀ ਉਹੀ ਹੱਲ ਕਰੇਗਾ, ਤੇਰੀ ਜ਼ਿੰਦਗੀ ਦੀਆਂ ਔਂਕੜਾਂ ਵੀ ਉਹੀ ਦੂਰ ਕਰੇਗਾ। ਬਸ ਉਹਨੂੰ ਤੂੰ ਸਿਮਰ, ਉਹਨੂੰ ਚੇਤੇ ਕਰ ਕਿ ਵਾਹਿਗੁਰੂ ਜੀ, ਇਹ ਜੀਵਨ ਤੁਹਾਡਾ ਦਿੱਤਾ ਹੋਇਆ ਹੈ, ਇਹਨੂੰ ਕਿਵੇਂ ਸੁਲਝਾਣਾ ਇਹ ਤੁਹਾਡੇ ਹੱਥ ਵਿੱਚ ਹੈ। ਮੈਂ ਤੇ ਉਲਝ ਗਿਆ। ਰਾਤ ਵੀ ਜ਼ਿਕਰ ਕੀਤਾ ਸੀ ਕਿ ਉਲਝਿਆ ਕਿਵੇਂ? ਮਨ ਕਰਕੇ। ਉਲਝਾਇਆ ਕਿਨੇ? ਤ੍ਰੈਗੁਣੀ ਮਾਇਆ ਨੇ। ਭੁੱਲਿਓ ਮਨ ਮਾਇਆ ਉਰਝਾਇਓ। ਮਨ ਆਪਣਾ ਰਾਹ ਭੁੱਲ ਗਿਆ ਕਿਉਂਕਿ ਮਾਇਆ ਨੇ ਉਲਝਾ ਦਿੱਤਾ। ਉਹ ਐਸਾ ਉਲਝਿਆ, ਪਰੇਸ਼ਾਨੀਆਂ ਵੱਧ ਗਈਆਂ। ਪਰੇਸ਼ਾਨੀਆਂ ਦੇ ਵਿੱਚ ਕੀ ਹੋਇਆ? ਝਗੜਾ ਹਰ ਇੱਕ ਨਾਲ ਕਰਦਾ। ਜਿਹੜਾ ਬੰਦਾ ਅੰਦਰੋਂ ਤਪਿਆ ਹੋਵੇ, ਪਰੇਸ਼ਾਨ ਹੋਵੇ, ਉਹਨੂੰ ਤੁਸੀਂ ਕੋਈ ਬੁਲਾਓਗੇ ਨਾ, ਉਹ ਐਵੇਂ ਜਣੇ ਖਣੇ ਨਾਲ ਲੜਨ ਨੂੰ ਫਿਰਦਾ। ਤੇ ਜਦੋਂ ਹਰ ਇੱਕ ਨਾਲ ਝਗੜਾ ਕਰਦਾ, ਲੜਦਾ, ਤੇ ਉਹ ਫਿਰ ਕਹਿੰਦਾ ਵੀ ਅਸੀਂ ਤੈਨੂੰ ਕੀ ਕਿਹਾ? ਅਸੀਂ ਤੇ ਤੈਨੂੰ ਕੁਝ ਨਹੀਂ ਆਖਿਆ, ਤੂੰ ਐਵੇਂ ਸਾਡੇ ਨਾਲ ਲੜੀ ਜਾਂਦਾ, ਝਗੜੀ ਜਾਂਦਾ। ਫਿਰ ਉਹ ਕਹਿੰਦਾ ਵੀ ਅਸਲ ਵਿੱਚ ਮੈਂ ਅੰਦਰੋਂ ਪਰੇਸ਼ਾਨ ਹਾਂ, ਮੈਂ ਅੰਦਰ ਇੰਨਾ ਪਰੇਸ਼ਾਨ ਹੋ ਚੁੱਕਾ ਵੀ ਮੇਰਾ ਮਨ ਕਹਿੰਦਾ ਵੀ ਜਿਹੜਾ ਮੈਨੂੰ ਬੁਲਾਵੇ ਮੈਂ ਉਹਦੇ ਨਾਲ ਹੀ ਲੜ ਪਵਾਂ, ਉਹਦੇ ਨਾਲ ਹੀ ਝਗੜ ਜਾਵਾਂ। ਸਾਡੇ ਅਸਲ ਵਿੱਚ ਮੂਲ ਝਗੜਿਆਂ ਦਾ ਕਾਰਨ ਇਹ ਹੈ, ਅਸੀਂ ਪਰੇਸ਼ਾਨ ਬਹੁਤ ਹਾਂ, ਦੁਖੀ ਬਹੁਤ ਹਾਂ। ਹੁਣ ਜਦੋਂ ਸਾਨੂੰ ਕੋਈ ਬੁਲਾਏ ਅਸੀਂ ਉਹਦੇ ਨਾਲ ਲੜ ਪਾਂਗੇ ਜਾਂ ਕਬੂਲ ਉਹਨੂੰ ਬੋਲਾਂਗੇ। ਇਹ ਮੂਲ ਕਾਰਨ ਕੀ ਹੈ? ਅਸੀਂ ਕਾਰਨ ਲੱਭੀਏ। ਡਾਕਟਰ ਜਦੋਂ ਬਿਮਾਰੀ ਨੂੰ ਖਤਮ ਕਰਦੇ ਆ ਤੇ ਉਹਦੀ ਬਿਮਾਰੀ ਦਾ ਕਾਰਨ ਲੱਭਦੇ ਆ। ਜਿੰਨਾ ਚਿਰ ਕਾਰਨ ਨਹੀਂ ਲੱਭੇਗਾ ਉਹਨਾਂ ਚਿਰ ਬਿਮਾਰੀ ਨਹੀਂ ਖਤਮ ਹੋਣੀ। ਜਦੋਂ ਕਾਰਨ ਲੱਭ ਗਿਆ ਉਦੋਂ ਫਿਰ ਉਸ ਹਿਸਾਬ ਨਾਲ ਉਹਦਾ ਟ੍ਰੀਟਮੈਂਟ ਹੁੰਦਾ ਹੈ ਤੇ ਇੱਕ ਦਿਨ ਬਿਮਾਰੀ ਖਤਮ ਹੋ ਜਾਂਦੀ ਹੈ। ਸਾਹਿਬ ਕਹਿੰਦੇ ਤੇਰੇ ਕਲੇਸ਼ ਦਾ ਕਾਰਨ ਕੀ ਹੈ? ਪਹਿਲਾਂ ਇਹ ਤਾਂ ਵੇਖ। ਤੇਰੀ ਪਰੇਸ਼ਾਨੀ ਦਾ ਕਾਰਨ ਕੀ ਹੈ? ਇਹ ਤਾਂ ਵੇਖ। ਤੇਰੇ ਸਾਰੇ ਕਲੇਸ਼ ਪਰੇਸ਼ਾਨੀਆਂ ਦਾ ਕਾਰਨ ਹੈ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਉਹਨਾਂ ਚਿਰ ਤੇਰੇ ਬਾਹਰ ਦੇ ਘਰ ਵਿੱਚ ਵੀ ਸੁੱਖ ਨਹੀਂ ਬਣਨਾ, ਤੇਰੇ ਅੰਦਰ ਵੀ ਘਰ ਵਿੱਚ ਸੁੱਖ ਨਹੀਂ ਬਣਨਾ। ਤੈਨੂੰ ਇਹਨਾਂ ਪੰਜਾਂ ਤੋਂ ਛੁਟਕਾਰਾ ਪਾਉਣਾ ਪੈਣਾ ਹੈ। ਹੁਣ ਇਹ ਪੰਜਾਂ ਤੋਂ ਛੁਟਕਾਰਾ ਕਦੋਂ ਹੋਏਗਾ? ਜਦੋਂ ਅਸੀਂ ਸਿਮਰਨ ਵੱਲ ਧਿਆਨ ਦਿਆਂਗੇ, ਭਾਵ ਪਰਮੇਸ਼ਵਰ ਦੇ ਨਾਮ ਤੇ ਪਹਿਰਾ ਦਿਆਂਗੇ। ਜਿੰਨਾ ਅਸੀਂ ਕਹਿ ਲਓ ਕਿ ਜ਼ੋਰ ਨਾਲ ਪਹਿਰਾ ਦਿਆਂਗੇ, ਨਿਤਨੇਮੀ ਜਿੰਨੇ ਹੋਵਾਂਗੇ, ਉਨਾ ਹੀ ਇਹਨਾਂ ਵਿਕਾਰਾਂ ਤੋਂ ਛੁਟਕਾਰਾ ਹੋਏਗਾ। ਹਾਂ ਠੀਕ ਹੈ, ਪਹਿਲੇ ਪਹਿਲ ਮੁਸ਼ਕਲ ਬੜੀ ਆਉਂਦੀ ਹੈ।
ਕਈ ਵਾਰੀ ਤਾਂ ਬੰਦਾ ਗੁਟਕਾ ਸਾਹਿਬ ਬੰਦ ਕਰਕੇ ਇੱਕ ਪਾਸੇ ਰੱਖ ਦਿੰਦਾ ਵੀ ਇਹ ਮੇਰੇ ਕੋਲੋਂ ਨਿਤਨੇਮ ਨਹੀਂ ਹੋਣਾ। ਕਈ ਵਾਰੀ ਤਾਂ ਜਪਜੀ ਸਾਹਿਬ ਜੀ ਦਾ ਪਾਠ ਵੀ ਕਰਨਾ ਔਖਾ ਹੋ ਜਾਂਦਾ ਹੈ। ਉਹ ਕਹਿੰਦਾ ਮੇਰੇ ਤੋਂ ਨਹੀਂ ਹੁੰਦਾ ਇਹ ਕਿਉਂ ਨਹੀਂ ਹੁੰਦਾ? ਤੁਹਾਡਾ ਮਨ ਕਿਉਂ ਕਾਲਾ ਪੈ ਰਿਹਾ ਹੈ? ਇੰਨਾ ਮਨ ਕਾਲਾ ਪੈ ਗਿਆ ਕਿ ਗੁਟਕਾ ਸਾਹਿਬ ਵੀ ਤੁਸੀਂ ਰੱਖ ਦਿੱਤਾ ਵੀ ਮੇਰੇ ਤੋਂ ਨਹੀਂ ਹੁੰਦਾ। ਤੁਸੀਂ ਦੇਖਣਾ ਸੀ ਵੀ ਇਹ ਕੌਣ ਹੈ ਜਿਹੜਾ ਮੇਰੇ ਅੰਦਰ ਇਹ ਅਵਸਥਾ ਬਣਾ ਰਿਹਾ, ਤੇ ਪਤਾ ਫਿਰ ਉਹੀ ਆ ਜਾਣਾ, ਕਾਮ ਕ੍ਰੋਧ ਲੋਭ ਮੋਹ। ਇਹੀ ਤੇ ਇਹ ਚਾਹੁੰਦੇ ਆ ਦੁਸ਼ਮਣ ਜਿਹੜੇ ਆ, ਉਹ ਇਹੀ ਤੇ ਚਾਹੁੰਦੇ ਆ ਵੀ ਤੁਹਾਨੂੰ ਕਿਸੇ ਪਾਸਿਓਂ ਤੁਹਾਡੀ ਜ਼ਿੰਦਗੀ ਦਾ ਤੁਹਾਨੂੰ ਲਾਭ ਨਾ ਹੋਵੇ। ਦੁਸ਼ਮਣ ਇਹੀ ਤੇ ਚਾਹੁੰਦਾ ਹੈ। ਇਹ ਤੁਹਾਨੂੰ ਚਾਹੁੰਦਾ ਵੀ ਤੁਸੀਂ ਨਾਮ ਸਿਮਰਨ ਵਾਲੇ ਪਾਸੇ ਲੱਗੋ ਹੀ ਨਾ, ਕਿਉਂਕਿ ਜਦੋਂ ਤੁਸੀਂ ਇਸ ਪਾਸੇ ਲੱਗ ਗਏ ਫਿਰ ਇਹਨਾਂ ਦਾ ਜ਼ੋਰ ਨਹੀਂ ਚੱਲਣਾ। ਇਹ ਜਿੰਨਾ ਤੁਸੀਂ ਨਾਮ ਸਿਮਰਨ ਦੇ ਨਾਲ ਜੁੜੋਗੇ, ਅੰਮ੍ਰਿਤ ਬਾਣੀ ਨਾਲ, ਨਿਤਨੇਮ ਨਾਲ ਜੁੜੋਗੇ, ਇਹ ਅੰਦਰੋਂ ਕਮਜ਼ੋਰ ਹੋ ਜਾਣਗੇ, ਕਿਉਂਕਿ ਇਹਨਾਂ ਨੂੰ ਖੁਰਾਕ ਨਹੀਂ ਮਿਲਣੀ। ਜਦੋਂ ਕਾਮ ਨੂੰ ਖੁਰਾਕ ਨਾ ਮਿਲੀ, ਕ੍ਰੋਧ ਨੂੰ ਖੁਰਾਕ ਨਾ ਮਿਲੀ, ਲੋਭ ਮੋਹ ਹੰਕਾਰ ਨੂੰ ਖੁਰਾਕ ਨਾ ਮਿਲੀ, ਇੱਕ ਦਿਨ ਆਪੇ ਹੀ ਇਹਨਾਂ ਮੁੱਕ ਜਾਣਾ ਅੰਦਰੋਂ, ਤੇ ਜ਼ਿੰਦਗੀ ਵਿੱਚ ਖੁਸ਼ੀਆਂ ਵਰਤ ਜਾਣੀਆਂ। ਪਰ ਅਸੀਂ ਕਹਿੰਦੇ ਆ ਵੀ ਪਹਿਲਾਂ ਕਲੇਸ਼ ਘਰ ਦਾ ਮੁੱਕੇ, ਫਿਰ ਅਸੀਂ ਨਾਮ ਸਿਮਰਨ ਕਰਾਂਗੇ। ਅਸੀਂ ਕਹਿੰਦੇ ਆ ਬਾਣੀ ਬਾਅਦ ਵਿੱਚ ਬਾਣੀ ਦਾ ਅਭਿਆਸ ਕਰਾਂਗੇ, ਪਹਿਲਾਂ ਘਰ ਵਿੱਚ ਸੁੱਖ ਆਵੇ। ਕਦੇ ਡਾਕਟਰ ਨੂੰ ਵੀ ਕਿਹਾ ਕਿ ਪਹਿਲਾਂ ਆਰਾਮ ਆ ਜਾਏ, ਦਵਾਈ ਬਾਅਦ ਵਿੱਚ ਖਾਵਾਂਗਾ। ਕਦੇ ਡਾਕਟਰ ਨੂੰ ਵੀ ਅਸੀਂ ਕਿਹਾ ਵੀ ਆਹ ਦਵਾਈਆਂ ਨਹੀਂ ਮੈਂ ਖਾਣੀਆਂ, ਇਹ ਉਦੋਂ ਖਾਊਂਗਾ ਜਦੋਂ ਆਰਾਮ ਆ ਜਾਏਗਾ। ਕਦੇ ਡਾਕਟਰ ਸਾਹਿਬ ਨੂੰ ਕਿਹਾ ਵੀ ਮੈਂ ਆਪਰੇਸ਼ਨ ਨਹੀਂ ਕਰਾਉਣਾ, ਜਦੋਂ ਆਰਾਮ ਆ ਗਿਆ ਉਦੋਂ ਕਰਾਉਣਾ। ਤੇ ਫਿਰ ਕੀ ਕਹੇਗਾ ਡਾਕਟਰ ਸਾਹਿਬ ਨੇ? ਕੀ ਕਹਿਣਾ? ਉਹਨੇ ਕਹਿਣਾ ਫਿਰ ਦਵਾਈਆਂ ਖਾਣੀਆਂ ਕਾਹਦੇ ਵਾਸਤੇ ਆ? ਇਸੇ ਲਈ ਤੇ ਖਾਣੀ ਆ ਵੀ ਤੂੰ ਆਰਾਮ ਆ ਜਾਏ। ਆਪਰੇਸ਼ਨ ਇਸੇ ਲਈ ਤੇ ਕਰਨਾ ਵੀ ਵਿੱਚੋਂ ਬਿਮਾਰੀ ਨਿਕਲ ਜਾਏ, ਤੇ ਜਦੋਂ ਨਿਕਲ ਹੀ ਗਈ ਫਿਰ ਆਪਰੇਸ਼ਨ ਕਾਹਦਾ? ਅਸੀਂ ਵੀ ਬਾਣੀ ਇਸੇ ਲਈ ਪੜ੍ਹਨੀ ਹੈ, ਨਿਤਨੇਮ ਇਸੇ ਵਾਸਤੇ ਕਰਨਾ ਹੈ। ਅਸੀਂ ਕਹਿੰਦੇ ਆ ਜਦੋਂ ਸੁੱਖ ਵਰਤੇਗਾ ਉਦੋਂ ਗੁਰੂ ਘਰ ਸ਼ੁਕਰਾਨਾ ਕਰਨ ਆਵਾਂਗੇ, ਤੇ ਮਹਾਰਾਜ ਕਹਿੰਦੇ ਸ਼ੁਕਰਾਨਾ ਤੇ ਉਦੋਂ ਕਰੇਗਾ ਜਦੋਂ ਸੁੱਖ ਵਰਤੇਗਾ, ਤੇ ਸੁੱਖ ਤਾਂ ਹੀ ਵਰਤੇਗਾ ਜੇ ਗੁਰੂ ਦੁਆਰੇ ਆਏਗਾ। ਇਹ ਕੁਝ ਗੱਲਾਂ ਜਿਹੜੀਆਂ ਮਨ ਨੂੰ ਸਮਝਾਉਣੀਆਂ ਪੈਣੀਆਂ ਵੀ ਮਨਾ, ਨਿਤ ਉੱਠ ਗਾਵੋ ਪ੍ਰਭ ਕੀ ਬਾਣੀ, ਨਿਤ ਉੱਠ ਕੇ ਹਿੰਮਤ ਕਰ, ਉਦਮ ਕਰ, ਬਾਣੀ ਨੂੰ ਗਾ, ਤਾਂ ਤੇਰੇ ਜੀਵਨ ਵਿੱਚੋਂ ਦੀ ਕਲ ਕਲੇਸ਼ ਮੁੱਕਣਾ ਹੈ। ਰੋਜ਼ ਉੱਠ ਕੇ ਬਾਣੀ ਦਾ ਅਭਿਆਸ ਕਰ, ਤਾਂ ਤੇਰੇ ਜੀਵਨ ਵਿੱਚੋਂ ਦੁੱਖ ਰੋਗ ਮੁੱਕਣਾ ਹੈ। ਜਦੋਂ ਭੁੱਖ ਲੱਗਦੀ ਹੈ ਭੋਜਨ ਉਦੋਂ ਹੀ ਖਾਧਾ ਜਾਂਦਾ ਹੈ, ਬਿਨਾਂ ਭੁੱਖ ਤੋਂ ਭੋਜਨ ਨਹੀਂ ਖਾਧਾ ਜਾਂਦਾ। ਇਸ ਲਈ ਦੁੱਖ ਰੋਗ ਹੈ ਤਾਂ ਬਾਣੀ ਦਾ ਅਭਿਆਸ ਆਪਾਂ ਕਰਨਾ। ਸੁੱਖ ਨੇ ਤੇ ਬਿਮਾਰੀਆਂ ਲਾ ਦੇਣੀਆਂ ਨੇ। ਸੁੱਖ ਵੇਲੇ ਤੇ ਬੰਦਾ ਆਲਸੀ ਹੋ ਜਾਂਦਾ ਹੈ। ਬੰਦਾ ਕਹਿੰਦਾ ਵੀ ਹੁਣ ਸੁੱਖ ਮਿਲ ਗਿਆ, ਕੋਈ ਨਹੀਂ, ਆਰਾਮ ਨਾਲ ਉੱਠਾਂਗੇ, ਆਰਾਮ ਨਾਲ ਜਾਵਾਂਗੇ। ਉਹ ਕੀ ਹੋਇਆ? ਦੁੱਖ ਦਾਰੂ, ਸੁੱਖ ਰੋਗ ਪਿਆ, ਸੁੱਖ ਤੇ ਹੋਰ ਰੋਗ ਪੈਦਾ ਕਰ ਦਿੱਤਾ। ਇਸ ਲਈ ਮਹਾਰਾਜ ਜੀ ਕਹਿੰਦੇ ਆ, ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਵਾਹਿਗੁਰੂ ਜੀ ਦੇ ਚਰਨਾਂ ਨੂੰ, ਭਾਵ ਠਾਕੁਰ ਪਰਮੇਸ਼ਵਰ ਦੇ ਨਾਮ ਨੂੰ ਅੰਦਰ ਵਸਾ ਲਿਆ, ਔਰ ਨਾਮ ਵਸਿਆ ਨਹੀਂ, ਸਮਾ ਗਿਆ ਅੰਦਰ। ਸਮਾਣੇ ਜਿਹਨੇ ਅੰਦਰ ਨਾਮ ਸਮਾ ਗਿਆ, ਕਲ ਕਲੇਸ਼ ਸਭ ਦੂਰ ਪਿਆਣੇ। ਉਹਦੇ ਅੰਦਰ ਜਿਹੜਾ ਦੁੱਖ ਸੀ ਨਾ ਕਲਾ ਕਲੇਸ਼ ਦਾ, ਉਹ ਵਿੱਚੋਂ ਦੀ ਦੂਰ ਹੋ ਗਿਆ, ਨਿਕਲ ਹੀ ਗਿਆ। ਉਹਦੇ ਜੀਵਨ ਵਿੱਚੋਂ ਕਲਾ ਕਲੇਸ਼ ਹੀ ਮੁੱਕ ਗਿਆ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਦੋਂ ਇਹ ਕਲੇਸ਼ ਦੂਰ ਹੋ ਗਿਆ ਜੀਵਨ ਚੋਂ, ਫਿਰ ਸ਼ਾਂਤ ਸੁੱਖ ਸਹਿਜ ਧੁਨ ਉਪਜੀ, ਅੰਦਰ ਸਹਿਜ ਆ ਗਿਆ, ਅਡੋਲਤਾ ਬਣ ਗਈ। ਉਸ ਅਡੋਲਤਾ ਦੇ ਵਿੱਚ ਮਨ ਸ਼ਾਂਤ ਹੋ ਗਿਆ। ਜਦੋਂ ਮਨ ਸ਼ਾਂਤ ਹੋਇਆ ਤੇ ਮਨ ਨੂੰ ਸਕੂਨ ਮਿਲਿਆ। ਜਦੋਂ ਮਨ ਨੂੰ ਸਕੂਨ ਮਿਲਿਆ ਫਿਰ ਇੱਕ ਅੰਦਰ ਅਨਹਦ ਧੁਨੀ ਉਪਜ ਪਈ। ਮਨ ਸ਼ਾਂਤ ਹੋਏਗਾ ਤੇ 9 ਦੁਆਰਿਆਂ ਤੋਂ ਨਿਕਲ ਕੇ
ਦਸਮ ਦੁਆਰ ਤੱਕ ਜਾਵਾਂਗੇ। ਇਹ ਧੁਨੀ ਉੱਥੇ ਸੁਣਾਈ ਦੇ, ਇਹ 9 ਦਰਵਾਜ਼ਿਆਂ 'ਚ ਨਹੀਂ ਸੁਣਾਈ ਦੇਣੀ। ਜਿਹੜੀ ਇਹ ਧੁਨੀ ਹੈ ਨਾ ਸ਼ਬਦ ਦੀ, ਇਹ ਧੁਨੀ ਤੁਹਾਨੂੰ ਉੱਥੇ ਸੁਣਾਈ ਦੇਣੀ ਹੈ ਜਿਹੜਾ ਹਜੇ ਸਾਡੇ ਵਾਸਤੇ ਗੁਪਤ ਹੈ, ਜਿਹੜਾ ਹਜੇ ਸਾਡੇ ਵਾਸਤੇ ਪ੍ਰਗਟ ਨਹੀਂ ਹੋਇਆ। 9 ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਉਹ ਜਿਹੜਾ ਗੁਪਤ ਸਾਡੇ ਵਾਸਤੇ ਹੈ, ਇਹ ਉੱਥੇ ਧੁਨੀ ਸੁਣਾਈ ਦੇਣੀ ਹੈ। ਉੱਥੇ ਤੱਕ ਹਜੇ ਅਸੀਂ ਪਹੁੰਚੇ ਕੋਈ ਨਹੀਂ। ਸਤਿਗੁਰੂ ਦੇ ਦਰ ਤੇ ਭਾਵਨਾ ਨਾਲ ਇਸੇ ਲਈ ਆਉਣਾ ਸੀ, ਕਿਉਂਕਿ ਗੁਰਦੁਆਰੇ ਲਾਏ ਭਾਵਨੀ ਇੱਕ ਨਾ 10ਵਾਂ ਦੁਆਰ ਦਿਖਾਇਆ। ਜਦੋਂ ਉਹ ਦਿਖਾਇਆ, ਉੱਥੇ ਜਾ ਕੇ ਫਿਰ ਇਹ ਧੁਨੀ ਉਪਜਣੀ ਹੈ। ਉੱਥੇ ਫਿਰ ਸ਼ਬਦ ਦੀ ਧੁਨ ਚੱਲਣੀ ਹੈ। ਸ਼ਬਦ ਦੀ ਉੱਥੇ ਕਹਿਣ ਲੱਗੇ, ਕਹਿ ਲਓ ਕਿ ਉੱਥੇ ਸ਼ਬਦ ਦਾ ਰਸ ਚੱਲਣਾ ਹੈ। ਪਰ ਹਜੇ ਤਾਂ ਅਸੀਂ 9 ਦਰਵਾਜ਼ਿਆਂ 'ਚੋਂ ਹੀ ਬਾਹਰ ਨਿਕਲ ਜਾਂਦੇ ਹਾਂ। ਸਾਡੀ ਸੁਰਤ ਇਹਨਾਂ 'ਚੋਂ ਹੀ ਖਿੰਡ ਜਾਂਦੀ ਹੈ। ਇੱਕ ਇੱਕ ਦਰਵਾਜ਼ੇ 'ਤੇ ਸਾਨੂੰ ਰੋਕ ਲਾਉਣੀ ਪੈਣੀ ਹੈ। ਉਹ ਕਿੱਦੀ ਲੱਗੇਗੀ? ਸ਼ਬਦ ਦੀ। ਜਿਵੇਂ ਜਿਵੇਂ ਸ਼ਬਦ ਦਾ ਅਭਿਆਸ ਕਰਾਂਗੇ, ਇਹ 9 ਦਰਵਾਜ਼ੇ ਜਿਹੜੇ ਆ, ਇਹਨਾਂ 'ਤੇ ਰੋਕ ਲੱਗੇਗੀ। ਸੁਰਤ ਫਿਰ ਬਾਹਰ ਨਹੀਂ ਜਾਏਗੀ, ਸੁਰਤ ਫਿਰ ਅੰਦਰ ਹੀ ਨਿਰੰਕਾਰ ਤੱਕ ਪਹੁੰਚੇਗੀ। ਸਾਹਿਬ ਕਹਿੰਦੇ, ਜਿਨ੍ਹਾਂ ਦੀ ਸੁਰਤ ਉੱਥੇ ਤੱਕ ਪਹੁੰਚੀ, ਸ਼ਾਂਤ ਸੂਖ ਸਹਿਜ ਧੁਨ ਉਪਜੀ, ਸਾਧੂ ਸੰਗ ਨਿਵਾਸਾ ਜੀਓ। ਉਹਨਾਂ ਦਾ ਨਿਵਾਸ ਫਿਰ ਸਾਧੂ ਸੰਗ, ਸਾਧੂ ਗੁਰੂ ਹੈ ਤੇ ਸੰਗ ਸੰਗਤ ਹੈ। ਉਹਨਾਂ ਦਾ ਨਿਵਾਸ ਫਿਰ ਗੁਰਮੁਖਾਂ ਦੀ ਸੰਗਤ ਵਿੱਚ ਹੁੰਦਾ ਹੈ। ਉਹਨਾਂ ਦਾ ਨਿਵਾਸ ਫਿਰ ਤੁਹਾਨੂੰ ਮਨਮੁਖਾਂ 'ਚ ਨਜ਼ਰ ਨਹੀਂ ਆਏਗਾ। ਉਹ ਫਿਰ ਤੁਹਾਨੂੰ ਮਾੜੀ ਸੰਗਤ ਵਿੱਚ ਨਜ਼ਰ ਨਹੀਂ ਆਉਣਗੇ। ਉਹ ਤੁਹਾਨੂੰ ਅਧੂਰਿਆਂ ਦੀ ਸੰਗਤ ਵਿੱਚ ਨਜ਼ਰ ਨਹੀਂ ਆਉਣਗੇ। ਉਹਨਾਂ ਦਾ ਨਿਵਾਸ ਕੇਵਲ ਤੇ ਕੇਵਲ ਗੁਰਮੁਖਾਂ ਦੀ ਸੰਗਤ ਵਿੱਚ ਹੋਏਗਾ। ਉਹ ਗੁਰਮੁਖਾਂ ਦੀ ਜਿਹੜੇ ਨਾਮ ਦੇ ਰੰਗ ਵਿੱਚ ਰਤੜੇ ਨੇ। ਸਾਹਿਬ ਜੀ ਕਹਿੰਦੇ, ਫਿਰ ਜਿਨ੍ਹਾਂ ਅੰਦਰ ਸੁੱਖ ਆਇਆ, ਮਨ ਸ਼ਾਂਤ ਹੋ ਗਿਆ, ਅਡੋਲਤਾ ਬਣ ਗਈ, ਅੰਦਰ ਧੁਨ ਉਪਜ ਗਈ, ਉਹਨਾਂ ਦਾ ਨਿਵਾਸ ਹਰ ਵੇਲੇ ਗੁਰਮੁਖਾਂ ਦੀ ਸੰਗਤ ਵਿੱਚ ਬਣ ਜਾਂਦਾ ਹੈ। ਲਾਗੀ ਪ੍ਰੀਤ ਨਾ ਟੁੱਟੈ ਮੁਲੇ, ਹਰ ਅੰਤਰ ਬਾਹਰ ਰਹਿਆ ਭਰਪੂਰੇ। ਸਿਮਰ 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 ਗੁਣ ਗਾਵਾ, ਕਾਟੀ ਜਮ ਕੀ ਫਾਸਾ ਜਿਉ। ਹੁਣ ਜਿਹਦਾ ਮਨ ਸ਼ਾਂਤ ਹੋ ਗਿਆ, ਜਿਹਦੇ ਅੰਦਰ ਸਹਿਜ ਆ ਗਿਆ, ਧੁਨ ਉਪਜ ਗਈ, ਜਿਹੜਾ ਗੁਰਮੁਖਾਂ ਦੀ ਸੰਗਤ ਵਿੱਚ ਨਿਵਾਸ ਕਰਦਾ ਹੈ, ਸੁਭਾਵਕ ਹੈ ਕਿ ਉਹਦੀ ਪ੍ਰੀਤ ਵਾਹਿਗੁਰੂ ਜੀ ਨਾਲ ਬਣ ਗਈ ਔਰ ਗੂੜੀ ਪ੍ਰੀਤ ਬਣ ਗਈ। ਹੁਣ ਕੋਈ ਵੀ ਆ ਜਾਏ, ਇਹ ਪ੍ਰੀਤ ਦੀ ਤੰਦ ਟੁੱਟ ਨਹੀਂ ਸਕਦੀ। ਜਿੰਨੇ ਮਰਜ਼ੀ ਔਂਕੜਾਂ ਆ ਜਾਣ, ਮੁਸ਼ਕਲਾਂ ਆ ਜਾਣ, ਉਤਰਾ ਚੜਾ ਜਿੰਨਾ ਮਰਜ਼ੀ ਆ ਜਾਏ, ਹੁਣ ਇਹ ਜਿਹੜੀ ਅਵਸਥਾ ਹੈ, ਇਹ ਦੁੱਖ ਸੁੱਖ ਤੋਂ ਨਿਆਰੀ ਹੋ ਗਈ। ਹੁਣ ਇਹ ਅਵਸਥਾ ਮਾਨ ਅਪਮਾਨ ਤੋਂ ਨਿਆਰੀ ਹੋ ਗਈ। ਫਿਰ ਸਮਝ ਲੈਣਾ ਇੱਕ ਵਾਰੀ, ਸ਼ਾਂਤ ਸੂਖ ਸਹਿਜ ਧੁਨ ਉਪਜੀ, ਸਾਧੂ ਸੰਗ ਨਿਵਾਸਾ ਜੀਓ। ਜਿਹਦੇ ਅੰਦਰ ਆ ਖੇਡ ਬਣ ਗਈ, ਉਹ ਆਸਾ ਮਨਸਾ ਨੂੰ ਤਿਆਗ ਗਿਆ, ਉਹ ਮਾਨ ਅਪਮਾਨ ਤੋਂ ਨਿਆਰਾ ਹੋ ਗਿਆ, ਉਹ ਦੁੱਖ ਔਰ ਸੁੱਖ ਨੂੰ ਇੱਕ ਸਮ ਇੱਕ ਬਰਾਬਰ ਕਰ ਗਿਆ। ਹੁਣ ਉਹ ਕਦੇ ਡੋਲ ਹੀ ਨਹੀਂ ਸਕਦਾ। ਇਹ ਪ੍ਰੀਤ ਦੀ ਤੰਦ ਕਦੇ ਟੁੱਟ ਹੀ ਨਹੀਂ ਸਕਦੀ, ਕਿਉਂਕਿ ਇਹ ਪ੍ਰੀਤ ਸਭ ਤੋਂ ਉੱਚੀ ਪ੍ਰੀਤ ਹੈ। ਪ੍ਰੀਤ ਤਾਂ ਅਸੀਂ ਦੁਨੀਆ ਨਾਲ ਵੀ ਪਾ ਕੇ ਬੈਠੇ ਹੋਏ ਹਾਂ, ਧਨ ਪਦਾਰਥਾਂ ਨਾਲ ਵੀ ਪਾ ਕੇ ਬੈਠੇ ਹਾਂ, ਆਪਣੇ ਅਹੁਦਿਆਂ ਨਾਲ ਵੀ ਪਾ ਕੇ ਬੈਠੇ ਹਾਂ, ਪਰਿਵਾਰ ਧੀਆਂ ਪੁੱਤਰਾਂ ਨਾਲ ਵੀ ਪਾ ਕੇ ਬੈਠੇ ਹਾਂ। ਹਰ ਇੱਕ ਪ੍ਰੀਤ ਆਪਣੀ ਆਪਣੀ ਜਗ੍ਹਾ 'ਤੇ ਹੈ। ਪਰਿਵਾਰ ਦੀ ਆਪਣੀ ਜਗ੍ਹਾ ਹੈ, ਧਨ ਪਦਾਰਥਾਂ ਦੀ ਆਪਣੀ ਜਗ੍ਹਾ ਹੈ, ਪਰ ਸਭ ਤੋਂ ਉੱਚੀ ਪ੍ਰੀਤ ਹੈ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਜਿਹੜੀ ਪੈ ਗਈ। ਗੁਰੂ ਸਾਹਿਬ ਜੀ ਦਾ ਬਚਨ ਹੁੰਦਾ ਹੈ, ਗੁਰੂ ਅਰਜਨ ਦੇਵ ਮਹਾਰਾਜ ਦਾ। ਸਾਹਿਬ ਕਹਿੰਦੇ, ਪ੍ਰੀਤ ਪ੍ਰੀਤ ਗੁਰੀਆ,
ਮੋਹਨ ਲਾਲਨਾ। ਗੁਰੀਆ ਦਾ ਇੱਥੇ ਅਰਥ ਕੀ ਹੈ? ਗੁਰੀਆ ਦਾ ਅਰਥ ਹੈ ਸਭ ਤੋਂ ਵੱਡੀ, ਸਭ ਤੋਂ ਉੱਚੀ। ਪ੍ਰੀਤਾਂ ਵਿੱਚੋਂ ਦੀ ਸਭ ਤੋਂ ਵੱਡੀ ਪ੍ਰੀਤ ਹੈ ਮੋਹਨ ਲਾਲਨਾ। ਜਿਹਨੇ ਮੇਰੇ ਮਨ ਨੂੰ ਮੋਹ ਲਿਆ ਉਹ ਪਰਮੇਸ਼ਵਰ। ਜਿੰਨੀਆਂ ਵੀ ਸਮਾਜ ਵਿੱਚ, ਦੁਨੀਆ ਵਿੱਚ ਸਾਡੀ ਪ੍ਰੀਤ ਹੈ, ਬਹੁਤਿਆਂ ਨਾਲ ਪ੍ਰੀਤ ਹੈ, ਪਰ ਸਾਰਿਆਂ ਨਾਲੋਂ ਵੱਡੀ ਪ੍ਰੀਤ ਹੈ ਮੋਹਨ ਪਰਮੇਸ਼ਵਰ। ਮੋਹਨ ਪਰਮੇਸ਼ਵਰ ਲਈ ਆਇਆ ਨਾਮ। ਜਿਹਨੇ ਸਾਡੇ ਮਨ ਨੂੰ ਮੋਹ ਲਿਆ ਆਪਣੇ ਨਾਮ ਦੀ ਰੰਗਤ ਦੇ ਕੇ। ਪ੍ਰੀਤ ਪ੍ਰੀਤ ਗੁਰੀਆ। ਸਾਰੀ ਪ੍ਰੀਤਾਂ ਵਿੱਚੋਂ ਸਭ ਤੋਂ ਉੱਚੀ ਪ੍ਰੀਤ ਹੈ ਉਹ। ਤਾਈਂ ਤੇ ਭਗਤ ਸਾਹਿਬ ਕਹਿੰਦੇ ਸੀ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ। ਚਲੋ ਇਹ ਵੀ ਕਹਿ ਦਿਆਂ ਕਿ ਜਿਹੜੀ ਪ੍ਰੀਤ ਗੁਰੀਆ, ਪ੍ਰੀਤਾਂ ਵਿੱਚੋਂ ਸਭ ਤੋਂ ਵੱਡੀ ਪ੍ਰੀਤ ਵਾਹਿਗੁਰੂ ਦੀ ਹੈ। ਇਹ ਸੱਚੀ ਹੈ, ਬਾਕੀ ਸਾਰੀਆਂ ਝੂਠੀਆਂ ਹੀ ਨੇ। ਬਾਕੀ ਸਭ ਬਿਨਸ ਜਾਣ ਵਾਲੀਆਂ ਨੇ, ਸਾਰੀਆਂ ਤੰਦਾਂ ਟੁੱਟ ਜਾਣ ਵਾਲੀਆਂ ਨੇ। ਬਸ ਇਹ ਅਰਦਾਸ ਕਰਿਆ ਕਰੋ ਕਿ ਜੇ ਸਾਡੀ ਪ੍ਰੀਤ ਦੀ ਤੰਦ ਜੁੜ ਗਈ ਹੈ ਨਾ, ਇਹ ਮਾਲਕ ਜੀ ਕੋਈ ਐਸਾ ਹਲੂਣਾ ਨਾ ਆਵੇ ਜਿਹਦੇ ਨਾਲ ਆਹ ਤੰਦ ਟੁੱਟ ਜਾਏ। ਕਿਉਂਕਿ ਜੇ ਇੱਕ ਵਾਰ ਟੁੱਟ ਗਈ ਤੇ ਬਸ ਫਿਰ ਸਾਨੂੰ ਇਹ ਦੱਸ ਦਿਓ ਵੀ ਜੋੜਨੀ ਕਿਹਦੇ ਨਾਲ ਹੈ। ਇਹਨੂੰ ਸੱਚੀ ਪ੍ਰੀਤ ਦਾ ਨਾਮ ਦਿੱਤਾ। ਕਿਉਂਕਿ ਦੂਜੀ ਤਾਂ ਮਹਾਰਾਜ ਨੇ ਆਖਿਆ ਨਾ, ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁਖ ਸਿਓ ਹੀ ਜਗ ਫਾਂਦਿਓ, ਕੋ ਕਾਹੂ ਕੋ ਨਹੀਂ। ਉਹ ਮਹਾਰਾਜ ਨੇ ਸੱਚ ਦੁਨੀਆ ਦਾ ਦੱਸਿਆ। ਜਾਂ ਮਹਾਰਾਜ ਕਹਿੰਦੇ ਜਗਤ ਮੈਂ ਝੂਠੀ ਦੇਖੀ, ਪ੍ਰੀਤ ਜਗਤ ਵਿੱਚ ਪ੍ਰੀਤ ਝੂਠੀ ਹੈ। ਕੋਈ ਔੜਕ ਤੱਕ ਨਾਲ ਨਿਭਣ ਵਾਲਾ ਨਹੀਂ, ਕੋਈ ਔੜਕ ਤੱਕ ਸਾਥ ਜਿਹੜਾ ਦੇਣ ਵਾਲਾ ਨਹੀਂ ਹੈ। ਇੱਥੇ ਤੇ ਪਲ ਪਲ ਵਿੱਚ ਤੰਦ ਟੁੱਟ ਜਾਂਦੀ ਹੈ। ਸਭ ਤੋਂ ਵੱਧ ਪਿਆਰ ਸਾਡਾ ਕਿਹਦੇ ਨਾਲ ਹੋਣਾ ਚਾਹੀਦਾ ਹੈ? ਸਭ ਤੋਂ ਵੱਧ ਸਾਡਾ ਪਿਆਰ ਹੈ ਸਾਡੇ ਮਾਂ-ਬਾਪ ਨਾਲ, ਜਿਨ੍ਹਾਂ ਦੀ ਬਦੌਲਤ ਅਸੀਂ ਦੁਨੀਆ ਨੂੰ ਵੇਖ ਪਾ ਰਹੇ ਹਾਂ, ਜਿਨ੍ਹਾਂ ਦੀ ਬਦੌਲਤ ਅਸੀਂ ਦੁਨੀਆ ਨੂੰ ਵੇਖਣ ਜੋਗੇ ਹੋ ਗਏ। ਜੇ ਮਾਂ ਨੇ 9 ਮਹੀਨੇ ਪੇਟ ਵਿੱਚ ਰੱਖ ਕੇ, ਦੁੱਖ ਨਾ ਝੱਲ ਕੇ, ਪੀੜਾ ਨਾ ਝੱਲ ਕੇ ਸਾਨੂੰ ਜਨਮ ਨਾ ਦਿੱਤਾ ਹੁੰਦਾ ਤੇ ਫਿਰ ਅਸੀਂ ਕਿੱਥੋਂ ਪੈਦਾ ਹੋ ਜਾਣਾ ਸੀ? ਜੇ ਉਹਨੇ 9 ਮਹੀਨੇ ਪੀੜਾ ਝੱਲੀ ਆ, ਦੁੱਖ ਬਰਦਾਸ਼ਤ ਕੀਤਾ, ਆਪਣਾ ਧਿਆਨ ਨਹੀਂ ਰੱਖਿਆ, ਜਿਹੜਾ ਪਲ ਰਿਹਾ ਬੱਚਾ ਉਹਦਾ ਧਿਆਨ ਰੱਖਿਆ, ਆਪਣੀ ਤਾਂ ਪਰਵਾਹ ਹੀ ਨਹੀਂ ਕੀਤੀ। ਉਹਦਾ ਧਿਆਨ ਪਲ 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 ਧਿਆਨ, 9 ਮਹੀਨੇ ਪਲ ਪਲ ਉਹਦਾ ਧਿਆਨ ਰੱਖਿਆ। ਤੇ ਇੱਕ ਦਿਨ ਉਹੀ ਵੱਡਾ ਹੋ ਗਿਆ, ਜਵਾਨ ਹੋ ਗਿਆ, ਤੇ ਉਹੀ ਇੱਕ ਦਿਨ ਕਹਿੰਦਾ, ਮਾਂ ਹੁਣ ਤੇਰੀ ਘਰ ਵਿੱਚ ਲੋੜ ਨਹੀਂ, ਤੂੰ ਬਿਰਧ ਆਸ਼ਰਮ ਹੀ ਜਾ। ਪ੍ਰੀਤ ਟੁੱਟ ਗਈ ਨਾ ਪਲ ਵਿੱਚ ਹੀ। ਜਿਹਨੇ ਹੁਣ ਉਹ ਮਾਂ ਨੂੰ ਪੁੱਛਣਾ ਸੀ ਵੀ ਜਿਹਨੇ 9 ਮਹੀਨੇ ਪਹਿਲਾਂ ਪੇਟ ਵਿੱਚ ਰੱਖਿਆ, ਉਹ ਕਿੰਨਾ ਪਿਆਰ। ਹਾਲਾਂਕਿ ਬਾਹਰ ਬੱਚੇ ਨੇ ਜਨਮ ਨਹੀਂ ਲਿਆ, ਉਹਨੂੰ ਨਹੀਂ ਪਤਾ ਇਹਦੀ ਸ਼ਕਲ ਕਿੱਦਾਂ ਦੀ ਹੈ, ਇਹਦੀ ਸੂਰਤ ਕਿੱਦਾਂ ਦੀ ਹੈ, ਪਰ ਉਹ ਕਿੰਨਾ ਪਿਆਰ ਉਦੋਂ ਹੀ ਸ਼ੁਰੂ ਕਰ ਦਿੰਦੀ ਹੈ। ਫਿਰ ਜਨਮ ਤੋਂ ਬਾਅਦ ਕਿੰਨਾ ਪਿਆਰ ਮਾਂ ਆਪਣੇ ਬੱਚੇ ਨੂੰ ਕਰਦੀ ਹੈ। ਉਹ ਭਾਵੇਂ 50 ਸਾਲ ਦਾ ਹੋ ਜਾਏ, ਪਰ ਮਾਂ ਦਾ ਪਿਆਰ ਤੇ ਉਨਾ ਹੀ ਰਹਿੰਦਾ ਨਾ ਬੱਚੇ ਦੇ ਪ੍ਰਤੀ। ਪਰ ਇੱਕ ਦਿਨ ਉਹਨੇ ਇੱਕ ਪਲ ਵਿੱਚ ਹੀ ਤੰਦ ਤੋੜ ਦਿੱਤੀ। ਜਦੋਂ ਇੱਕ ਪਲ ਵਿੱਚ ਹੀ ਤੰਦ ਟੁੱਟੀ ਤੇ ਕਿੰਨੀ ਵੱਡੀ ਠੇਸ ਉਸ ਮਾਂ ਦੇ ਹਿਰਦੇ ਨੂੰ ਪਹੁੰਚੀ ਹੋਏਗੀ ਕਿ ਜਿਹਨੂੰ ਮੈਂ ਇੰਨਾ ਪਿਆਰ ਕੀਤਾ, ਮੈਂ ਆਪਣਾ ਥਕੇਵਾਂ, ਦੁੱਖ, ਦਰਦ, ਪੀੜਾ, ਭੁੱਖ, ਨੀਂਦ ਕੁਛ ਨਹੀਂ ਵੇਖਿਆ। ਇਹਨੇ 1 ਮਿੰਟ ਨਹੀਂ ਲਾਇਆ ਤੋੜਨ ਲੱਗਿਆ, ਇਹਨੇ 1 ਪਲ ਨਹੀਂ ਲਾਇਆ। ਅੱਖ ਝਮਕਦਿਆਂ ਹੀ ਬਸ ਕਹਿ ਦਿੱਤਾ ਵੀ ਮਾਂ ਤੂੰ ਹੁਣ ਘਰ ਵਿੱਚ ਰਹਿਣ ਜੋਗੀ ਨਹੀਂ ਰਹੀ। ਕਿੰਨਾ ਉਹਦਾ ਦਿਲ ਦੁਖਿਆ ਹੋਏਗਾ। ਤੇ ਜਦੋਂ ਕਿਸੇ ਨੇ ਆਪਣੇ ਮਾਂ ਦਾ ਦਿਲ ਦੁਖਾਇਆ ਹੋਏਗਾ ਤੇ ਕੀ ਉਹ ਰੱਬ ਦੇ ਘਰੋਂ ਖੁਸ਼ੀਆਂ ਲੈ ਲੇਗਾ? ਕੀ ਉਹਨੂੰ ਮਾਲਕ ਖੁਸ਼ੀਆਂ ਦੇ ਦੇਣਗੇ? ਨਹੀਂ ਦੇਣਗੇ। ਜਿਹੜੀਆਂ 4 ਚੰਦ ਖੁਸ਼ੀਆਂ ਨੇ ਉਹ ਵੀ ਝੋਲੀ ਚੋਂ ਖੁੰਝ ਜਾਣਗੀਆਂ। ਇਹ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ ਦੀ ਖੇਡ, ਇਹ ਹੈ ਸੁਖ ਮੈਂ ਆਨ ਬਹੁਤ ਮਿਲ ਬੈਠੇ। ਬੈਠਦੇ ਨੇ ਪਰ ਵਿਪਤਾ ਦੀ ਘੜੀ ਵਿੱਚ ਸਾਥ ਛੱਡ ਜਾਂਦੇ ਆ। ਇਸ ਲਈ ਮਹਾਰਾਜ ਕਹਿੰਦੇ ਇਹ ਸੱਚੀ ਪ੍ਰੀਤ ਇੱਕੋ ਹੀ ਹੈ ਜਿਹੜੀ ਠਾਕੁਰ ਪਰਮੇਸ਼ਵਰ ਵਾਹਿਗੁਰੂ ਜੀ ਨਾਲ ਪਾਉਣੀ ਹੈ, ਕਿਉਂਕਿ ਉਹ ਓੜਕ ਤੱਕ ਇਸ ਪ੍ਰੀਤ ਨੂੰ ਨਿਭਾਉਣ ਵਾਲਾ ਹੈ। ਤਾਈਂ ਤੇ ਆਖਿਆ ਕਿਤੇ ਪ੍ਰਕਾਰ ਨਾ ਟੂਟੋ ਪ੍ਰੀਤ। ਕਿਤੇ ਪ੍ਰਕਾਰ
ਮੇਰੇ ਮਾਲਕਾ ਬਸ ਇੱਕ ਤਰਸ ਕਰਦਾ ਰਹੀਂ, ਰਹਿਮਤ ਕਰਦਾ ਰਹੀਂ, ਕਿਸੇ ਵੀ ਪ੍ਰਕਾਰ ਨਾਲ ਇਹ ਪ੍ਰੀਤ ਦੀ ਤੰਦ ਟੁੱਟਣੀ ਨਹੀਂ ਚਾਹੀਦੀ। ਜੇ ਇਹ ਟੁੱਟ ਗਈ ਤੇ ਫਿਰ ਅਸੀਂ ਕਿਸ ਜੋਗੇ ਰਵਾਂਗੇ। ਜੇ ਸਾਡੀ ਗੁਰੂ ਗ੍ਰੰਥ ਸਾਹਿਬ ਨਾਲ ਤੰਦ ਟੁੱਟ ਗਈ ਫਿਰ ਅਸੀਂ ਕਿਸ ਕੰਮ ਦੇ ਹਾਂ? ਕਿਸੇ ਕੰਮ ਦੇ ਨਹੀਂ। ਇਸ ਲਈ ਕਿਤੇ ਪ੍ਰਕਾਰ ਨਾ ਟੁੱਟੋ ਪ੍ਰੀਤ, ਕਿਸੇ ਵੀ ਪ੍ਰਕਾਰ ਦੇ ਨਾਲ, ਭਾਵੇਂ ਖੁਸ਼ੀ ਹੋਵੇ, ਗਮ ਹੋਵੇ, ਦੁੱਖ ਹੋਵੇ, ਸੁੱਖ ਹੋਵੇ, ਥੋੜਾ ਹੋਵੇ, ਬਹੁਤਾ ਹੋਵੇ, ਪਰ ਇਹ ਤੰਦ ਨਹੀਂ ਟੁੱਟਣੀ ਚਾਹੀਦੀ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਮੇਰੇ ਮਾਲਕਾ, ਜਦੋਂ ਆਹ ਪ੍ਰੀਤ ਦੀ ਤੰਦ ਜੁੜੀ ਸੀ, ਇਹ ਹੋਰਾਂ ਨਾਲੋਂ ਤੋੜ ਕੇ ਜੁੜੀ ਸੀ। ਜਿਸ ਦਿਨ, ਅੱਗੇ ਵੀ ਇੱਕ ਦਿਨ ਜ਼ਿਕਰ ਕੀਤਾ ਸੀ ਕਿ ਜਿਸ ਦਿਨ ਸਾਡੀ ਧੀ ਨੇ ਪੇਕੇ ਘਰ ਤੋਂ ਚੱਲਣਾ ਤੇ ਸਹੁਰੇ ਘਰ ਨਾਲ ਸੰਬੰਧ ਬਣਦਾ ਨਾ, ਉਦੋਂ ਗੁਰੂ ਘਰ ਵਿੱਚ ਜਦੋਂ 4 ਲਾਵਾਂ ਦਾ ਪਾਠ ਹੁੰਦਾ ਤੇ ਉਦੋਂ ਇੱਕ ਬਚਨ ਪੜਿਆ ਜਾਂਦਾ ਹੈ, ਹੱਬੇ ਸਾਕ ਕੂੜਾਵੇ ਡਿੱਠੇ ਤਉ ਪੱਲੇ ਤੈਂਡੇ ਲਾਗੀ। ਜਦੋਂ ਮੈਂ ਤੇਰਾ ਪੱਲਾ ਮਾਲਕਾ ਪਕੜ ਲਿਆ, ਮੈਨੂੰ ਸਾਰੇ ਹੀ ਕੁੜਾਵੇ ਦਿਸਣ ਲੱਗ ਪਏ, ਸਾਰੇ ਹੀ ਕੂੜ ਨਜ਼ਰ ਆਉਣ ਲੱਗ ਪਏ। ਇਹ ਸਮਝ ਆ ਗਈ ਵੀ ਇੱਕ ਦਿਨ ਸਭਨਾਂ ਦਾ ਸਾਥ ਛੁੱਟ ਜਾਣਾ, ਕੋਈ ਵੀ ਔੜਕ ਤੱਕ ਨਾਲ ਨਿਭਣ ਵਾਲਾ ਨਹੀਂ ਹੈ। ਜੇ ਹੈ ਤੇ ਉਹ ਹੈ ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਉਹ ਇੱਕੋ ਹੀ ਹੈ ਮੀਤ। ਤੋ ਤੇਰੇ ਪੱਲੇ ਲੱਗੀਆਂ, ਭਾਵ ਮੈਂ ਤੇਰਾ ਪੱਲਾ ਪਕੜ ਕੇ ਹੁਣ ਮੈਂ ਤੁਰੀ ਹਾਂ। ਬਸ ਕਿਰਪਾ ਕਰੀ ਕਿ ਆਹ ਜਿਹੜਾ ਪੱਲਾ ਮੇਰੇ ਹੱਥਾਂ ਤੋਂ ਕਿਸੇ ਪ੍ਰਕਾਰ ਛੁੱਟ ਨਾ ਜਾਵੇ। ਦੁਨੀਆ ਵਿੱਚ ਹੋ ਸਕਦਾ ਵੀ ਸਾਡੇ ਆਸਾਂ ਤੇ ਪਾਣੀ ਫਿਰ ਜਾਏ। ਬਹੁਤ ਸਾਡੀਆਂ ਭੈਣਾਂ ਨੇ ਐਸੀਆਂ ਧੀਆਂ ਜਿਹੜੇ ਪੇਕੇ ਘਰ ਤੋਂ ਸਹੁਰੇ ਘਰ ਨੂੰ ਤੁਰਦੀਆਂ ਨੇ, ਬੜੀਆਂ ਆਸਾਂ ਲੈ ਕੇ ਤੁਰਦੀਆਂ ਨੇ, ਪਰ ਅੱਗੋਂ ਫਿਰ ਜੀਵਨ ਸਾਥੀ ਉੱਦਾਂ ਦਾ ਟੱਕਰ ਜਾਂਦਾ ਹੈ, ਸਾਰੀ ਜ਼ਿੰਦਗੀ ਦਾ ਰੋਣਾ ਪੱਲੇ ਪੈ ਜਾਂਦਾ ਹੈ। ਪਰ ਜਿਹੜਾ ਅਸੀਂ ਪਰਮੇਸ਼ਵਰ ਨੂੰ ਕਹਿਣਾ ਹੈ ਨਾ, ਵਾਹਿਗੁਰੂ ਜੀ ਤਉ ਪੱਲੇ ਤੈਂਡੇ ਲਾਗੀ, ਇੱਥੇ ਰੋਣਾ ਨਹੀਂ ਪੈਣਾ। ਇੱਥੇ ਸਾਡਾ ਕੋਈ ਆਸਾਂ ਤੇ ਪਾਣੀ ਨਹੀਂ ਫਿਰਨਾ। ਇੱਥੇ ਸਾਡੀਆਂ ਖਾਹਿਸ਼ਾਂ ਨਹੀਂ ਜਿਹੜੀਆਂ ਨੇ ਉਹ ਗਮ ਵਿੱਚ ਬਦਲਣੀਆਂ ਵੀ ਮੈਂ ਸੋਚਿਆ ਕੁਝ ਸੀ ਬਣ ਕੁਝ ਗਿਆ। ਨਹੀਂ, ਇੱਥੇ ਮਾਲਕ ਨੇ ਖੁਸ਼ੀਆਂ ਹੀ ਇੰਨੀਆਂ ਦੇ ਦੇਣੀਆਂ ਨੇ। ਇੱਥੇ ਵਾਹਿਗੁਰੂ ਨੇ ਖੁਸ਼ੀਆਂ ਨਾਲ ਝੋਲੀ ਦਾਮਨ ਹੀ ਇੰਨਾ ਭਰ ਦੇਣਾ ਕਿ ਉੱਥੇ ਫਿਰ ਪੇਕੇ ਦਾ, ਪਰਿਵਾਰ ਦਾ ਪਿਆਰ ਵੀ ਕਈ ਵਾਰੀ ਸਹੁਰੇ ਘਰ ਜਾ ਕੇ ਧੀਆਂ ਨੂੰ ਇੰਨਾ ਪਿਆਰ ਮਿਲ ਜਾਂਦਾ ਕਿ ਉਹ ਪੇਕੇ ਘਰ ਦਾ ਪਿਆਰ ਭੁੱਲ ਜਾਂਦੀਆਂ ਨੇ। ਤੇ ਮਾਂ ਕਹਿੰਦੀ, ਧੀਏ ਹੁਣ ਤੈਨੂੰ ਯਾਦ ਨਹੀਂ ਆਉਂਦੀ ਮੇਰੀ ਯਾਦ ਨਹੀਂ ਆਉਂਦੀ? ਤੂੰ ਸਹੁਰੇ ਘਰ ਜਦੋਂ ਦੀ ਗਈਆਂ ਕਿ ਮੇਰੀ ਯਾਦ? ਕਹਿੰਦੇ ਮਾਂ ਯਾਦ ਤਾਂ ਬਹੁਤ ਆਉਂਦੀ ਹੈ, ਪਰ ਕੀ ਕਰਾਂ, ਜਿਹੜੀ ਇੱਥੇ ਮਾਂ ਹੈ ਨਾ ਉਹ ਵੀ ਤੇਰੇ ਵਾਂਗੂ ਪਿਆਰ ਦਿੰਦੀ ਹੈ। ਮੈਨੂੰ ਕਦੇ ਇੱਥੇ ਤੇਰੀ ਕਮੀ ਮਹਿਸੂਸ ਹੀ ਨਹੀਂ ਹੋਈ ਸਹੁਰੇ ਘਰ ਦੇ ਵਿੱਚ, ਕਿਉਂਕਿ ਜਿੱਦਾਂ ਤੂੰ ਪੇਕੇ ਘਰ ਵਿੱਚ ਮਾਂ ਸੀ ਉੱਦਾਂ ਸਹੁਰੇ ਘਰ ਦੇ ਵਿੱਚ ਮਾਂ, ਤੇ ਮੈਨੂੰ ਕਦੇ ਮਹਿਸੂਸ ਹੀ ਨਹੀਂ ਹੋਇਆ। ਮੈਂ ਇਸ ਮਾਂ ਵਿੱਚੋਂ ਵੀ ਤੈਨੂੰ ਹੀ ਵੇਖਦੀ ਹਾਂ। ਕਈਆਂ ਨੂੰ ਇੰਨਾ ਪਿਆਰ ਮਿਲਿਆ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਜਦੋਂ ਤੂੰ ਵਾਹਿਗੁਰੂ ਨਾਲ ਪ੍ਰੀਤ ਪਾਏਗਾ ਨਾ ਤੇ ਸੱਚ ਜਾਣੀ ਉਹਨੇ ਖੁਸ਼ੀਆਂ ਹੀ ਇੰਨੀਆਂ ਦੇ ਦੇਣੀਆਂ ਨੇ। ਪਰ ਇਹ ਪ੍ਰੀਤ ਬਣਦੀ ਉਦੋਂ ਹੈ ਜਦੋਂ ਸਮਾਜ ਵਿੱਚੋਂ ਸਾਨੂੰ ਚੋਟ ਪਹੁੰਚੇ, ਦੁੱਖ ਪਹੁੰਚੇ, ਤਕਲੀਫ ਹੋਵੇ, ਫਿਰ ਬੰਦਾ ਕਹਿੰਦਾ ਛੱਡੋ ਵਾਹਿਗੁਰੂ ਨਾਲ ਪ੍ਰੀਤ ਪਾ ਲਓ। ਹੁਣ ਇੱਥੇ ਜਿਹੜੀ ਅਵਸਥਾ ਬਣੀ, ਕੱਲ ਕਲੇਸ਼ ਦੂਰ ਹੋ ਗਿਆ, ਵਾਹਿਗੁਰੂ ਜੀ ਦੇ ਚਰਨ ਹਿਰਦੇ ਵਿੱਚ ਵਸ ਗਏ, ਮਨ ਸ਼ਾਂਤ ਹੋ ਗਿਆ, ਅਡੋਲਤਾ ਅੰਦਰ ਬਣ ਗਈ, ਇੱਕ ਵੱਖਰੀ ਧੁਨੀ ਅੰਦਰ ਉਪਜ ਪਈ, ਗੁਰਮੁਖਾਂ ਦੀ ਸੰਗਤ ਪਿਆਰੀ ਲੱਗਣ ਲੱਗ ਪਈ। ਹੁਣ ਕੀ ਹੈ, ਲਾਗੀ ਪ੍ਰੀਤ ਨਾ ਟੂਟੈ ਮੂਲੇ। ਮੂਲੇ ਦਾ ਅਰਥ ਉੱਕਾ, ਬਿਲਕੁਲ ਹੀ ਵੀ ਆਹ ਜਿਹੜੀ ਪ੍ਰੀਤ ਲੱਗ ਗਈ ਹੈ ਨਾ ਵਾਹਿਗੁਰੂ ਜੀ ਤੇਰੇ ਨਾਲ, ਇਹ ਬਿਲਕੁਲ ਉੱਕਾ ਹੀ ਨਹੀਂ ਹੁਣ ਮੁੱਕਣੀ ਚਾਹੀਦੀ, ਇਹ ਟੁੱਟਣੀ ਨਹੀਂ ਚਾਹੀਦੀ। ਬੜੀਆਂ ਨੇ ਇੱਥੇ ਗੱਲਾਂ ਕਰਨ ਵਾਲੀਆਂ, ਪਰ ਸਮੇਂ ਵਿੱਚ ਰਹਿ ਕੇ ਆਪਾਂ ਚੱਲਣਾ ਹੈ। ਇੱਕ ਸੱਜਣ, ਅੱਗੇ ਵੀ ਜ਼ਿਕਰ ਕੀਤਾ ਸੀ, ਇੱਥੇ ਦਾ ਹੀ ਹੈ। ਇੱਕ ਸੱਜਣ ਜਿਹੜਾ ਗੁਰੂ ਸਾਹਿਬ ਦੇ ਘਰ ਤੋਂ ਬਿਨਾਂ ਰਹਿੰਦਾ ਨਹੀਂ ਸੀ,
ਅੱਧੀ ਅੱਧੀ ਰਾਤ ਨੂੰ ਵੀ ਅੱਖ ਖੁੱਲ ਜਾਂਦੀ ਸੀ ਤੇ ਆ ਕੇ ਸੇਵਾ ਵਿੱਚ ਜੁੜ ਜਾਣਾ 2-2 ਵਜੇ 3-3 ਵਜੇ। ਰਹਿ ਹੀ ਨਹੀਂ ਸੀ ਹੁੰਦਾ ਗੁਰੂ ਘਰ ਤੋਂ ਬਿਨਾਂ, ਸੇਵਾ ਤੋਂ ਬਿਨਾਂ। ਔਰ ਸਾਬਤ ਸੂਰਤ ਤੇ ਗੁਰੂ ਸਾਹਿਬ ਨੇ ਖੂਬਸੂਰਤੀ ਵੀ ਬੜੀ ਬਖਸ਼ੀ ਸੀ, ਸੁੰਦਰਤਾ ਵੀ ਬੜੀ ਬਖਸ਼ੀ। ਬੜਾ ਉਹਨੂੰ ਵੇਖ ਕੇ ਮਨ ਪ੍ਰਸੰਨ ਹੋਣਾ। ਇੱਕ ਦਿਨ ਸ਼ਾਇਦ ਜ਼ਿਕਰ ਕੀਤਾ ਸੀ, ਬੜਾ ਮਨ ਪ੍ਰਸੰਨ ਹੋਣਾ ਵੀ ਕੈਸਾ ਵਾਹਿਗੁਰੂ ਨੇ ਰੰਗ ਲਾਇਆ। ਇੱਕ ਦਿਨ ਉਹਦਾ ਵਿਆਹ ਹੋ ਗਿਆ, ਐਸਾ ਉਹਦਾ ਵਿਆਹ ਹੋਇਆ ਕਿ ਮੁੜ ਕੇ ਗੁਰੂ ਘਰ ਨਜ਼ਰ ਹੀ ਨਹੀਂ ਆਇਆ। ਗੁਰੂ ਘਰ ਨਜ਼ਰ ਨਹੀਂ ਆਇਆ। 1 ਮਹੀਨਾ 2 ਮਹੀਨਾ 6 ਮਹੀਨੇ ਲੰਘ ਗਏ। ਜਦੋਂ 6 ਮਹੀਨੇ ਲੰਘੇ, ਇੱਕ ਦਿਨ ਫਿਰ ਰਸਤੇ ਵਿੱਚ ਉਹਦੀ ਸ਼ਕਲ ਵੇਖੀ। ਪਹਿਲਾਂ ਤੇ ਪਛਾਣ ਨਹੀਂ ਹੋਇਆ। ਜਦੋਂ ਪਛਾਣ ਨਹੀਂ ਹੋਇਆ, ਥੋੜਾ ਹੋਰ ਨੇੜਤਾ ਬਣੀ ਤੇ ਇੱਕਦਮ ਹੈਰਾਨੀ ਹੋ ਗਈ ਵੀ ਇਹ ਤਾਂ ਸ਼ਕਲ ਉਹੀ ਲੱਗਦੀ ਹੈ। ਤੇ ਰਹਿ ਵੀ ਕੋਈ ਨਹੀਂ ਹੋਇਆ। ਪੁੱਛ ਲਿਆ ਵੀ ਤੂੰ ਉਹੀ ਸੱਜਣ ਹੈ ਜਿਹੜਾ ਰਾਤ ਨੂੰ ਕਈ ਵਾਰੀ 2 ਵਜੇ ਉੱਠ ਕੇ ਵੀ ਗੁਰੂ ਘਰ ਨੂੰ ਆ ਜਾਂਦਾ ਸੀ, 3 ਵਜੇ ਵੀ ਅੱਖ ਖੁੱਲੀ ਤਾਂ 3 ਵਜੇ ਆ ਜਾਂਦਾ। ਰਹਿ ਨਹੀਂ ਸੀ ਹੁੰਦਾ ਗੁਰੂ ਘਰ ਤੋਂ ਬਿਨਾਂ। ਹੁਣ ਇੰਨੇ ਮਹੀਨੇ ਹੋ ਗਏ, ਕਦੇ ਦੇਖਿਆ ਨਹੀਂ, ਤੇ ਜੇ ਅੱਜ ਦੇਖਿਆ ਤੇ ਅੱਜ ਹੁਲੀਆ ਹੀ ਬਦਲਿਆ ਪਿਆ। ਨਾ ਉਹਦੇ ਮੁਖ ਤੇ ਦਾੜਾ ਸੀ ਤੇ ਨਾ ਉਹਦੇ ਸਿਰ ਤੇ ਜੂੜਾ ਸੀ। ਪੁੱਛਿਆ ਵੀ ਇਹ ਕੀ ਭਾਣਾ ਵਰਤ ਗਿਆ। ਅੱਖਾਂ ਭਰ ਲਈਆਂ ਉਹਨੇ। ਅੱਖਾਂ ਭਰ ਕੇ ਕਹਿੰਦਾ ਕੀ ਦੱਸਾਂ, ਬਸ ਇੱਕ ਤੰਦ ਐਸੀ ਜੁੜ ਗਈ ਸੀ ਵਿਆਹ ਤੋਂ ਬਾਅਦ, ਤੇ ਜਿਹਦੇ ਨਾਲ ਤੰਦ ਜੁੜੀ ਸੀ ਉਹਨੇ ਗੁਰੂ ਗ੍ਰੰਥ ਸਾਹਿਬ ਨਾਲ ਉਹ ਤੰਦ ਤੋੜਤੀ। ਐਸੀ ਤੰਦ ਉਹਦੇ ਨਾਲ ਜੁੜੀ ਸੀ, ਉਹਨੇ ਗੁਰੂ ਤੋਂ ਬੇਮੁਖ ਕਰਕੇ ਰੱਖ ਦਿੱਤਾ। ਰੋਜ਼ ਘਰ ਵਿੱਚ ਕਲੇਸ਼, ਰੋਜ਼ ਘਰ ਵਿੱਚ ਝਗੜਾ ਰਹਿਣਾ ਵੀ ਜਿੱਦਾਂ ਮੈਂ ਕਹਿੰਦੀ ਆ ਉਦਾਂ ਬਣ ਕੇ ਰਹਿ। ਜਿੱਦਾਂ ਮੈਂ ਚਾਹੁੰਦੀ ਹਾਂ, ਮੈਂ ਆਪਣੇ ਪਰਿਵਾਰ, ਪੇਕੇ ਘਰ, ਰਿਸ਼ਤੇਦਾਰਾਂ ਦੇ ਜਾਣਾ, ਸਹੇਲੀਆਂ ਦੇ ਜਾਣਾ, ਤੇ ਤੈਨੂੰ ਨਾਲ ਲੈ ਕੇ ਜਾਣਾ, ਤੇ ਜਿੱਦਾਂ ਮੈਂ ਕਹਿੰਦੀ ਹਾਂ ਬਣ। ਰੋਜ਼ ਕਲੇਸ਼ ਰਹਿਣਾ, ਰੋਜ਼ ਕਲੇਸ਼ ਰਹਿਣਾ। ਇੱਕ ਦਿਨ ਫਿਰ ਦੁਖੀ ਹੋ ਕੇ ਆਕਾਰਾ ਕਰ ਲਿਆ। ਬੜਾ ਮਨ ਉਦੋਂ ਭਰਿਆ ਵੀ ਸੱਜਣਾ ਆ ਕੀ ਕਰ ਤੂੰ ਬੈਠਾ ਇੱਥੇ। ਤੇ ਅਰਦਾਸਾਂ ਕਰੀਦੀਆਂ ਨੇ ਕਿ ਮਾਲਕ ਜੀ ਉਹ ਲਾਗੀ ਪ੍ਰੀਤ ਨਾ ਟੂਟੈ ਮੂਲੇ। ਜਿਹੜੀ ਪ੍ਰੀਤ ਲੱਗੀ ਇਹ ਸੌਖੀ ਥੋੜੀ ਲੱਗ ਗਈ ਹੈ। ਇਹਨੂੰ ਲਾਉਣ ਲਈ ਵੀ ਤੇ ਪਹਿਲਾਂ ਕਿੰਨੀਆਂ ਹਾਜ਼ਰੀਆਂ ਭਰਨੀਆਂ ਪਈਆਂ, ਕਿੰਨੀ ਸੇਵਾ ਕਰਨੀ ਪਈ, ਕਿੰਨਾ ਸੰਗਤ ਵਿੱਚ ਆ ਕੇ ਬੇਨਤੀਆਂ ਕਰਨੀਆਂ ਪਈਆਂ, ਤਾਂ ਜਾ ਕੇ ਮਸਾਂ ਕਿਤੇ। ਕਬੀਰ ਜੀ ਕਹਿੰਦੇ ਆ ਵੀ ਲੋਕੋ ਧਿਆਨ ਰੱਖਿਓ, ਜਿਹੜੀ ਪ੍ਰੀਤ ਮੈਂ ਜੋੜ ਲਈ ਆ ਨਾ, ਮੇਰਾ ਮਨ ਰਾਜੀ ਹੋ ਗਿਆ। ਹੁਣ ਮੈਂ ਤੁਹਾਡੇ ਮਗਰ ਲੱਗ ਕੇ ਨੁਕਸਾਨ ਨਹੀਂ ਕਰਨਾ ਚਾਹੁੰਦਾ, ਮੈਂ ਆਪਣਾ ਨੁਕਸਾਨ ਨਹੀਂ ਕਰਾਉਣਾ ਚਾਹੁੰਦਾ। ਮਨ ਮਾਨੇ ਲੋਗ ਨਾ ਪਤੀਜੈ, ਨਾ ਪਤੀਜੈ ਤਉ ਕਿਆ ਕੀਜੈ। ਨਹੀਂ ਲੋਕ ਖੁਸ਼ ਹੁੰਦੇ ਤੇ ਨਾ ਹੋਣ, ਪਰ ਮੈਂ ਹੁਣ ਇਹ ਤੰਦ ਨਹੀਂ ਟੁੱਟਣ ਦੇਣੀ। ਉਹਨੂੰ ਫਿਰ ਬਿਠਾ ਕੇ ਸਮਝਾਇਆ। ਉਹਨੂੰ 4 ਸਾਹਿਬਜ਼ਾਦੇ ਚੇਤੇ ਕਰਵਾਏ। ਉਹਨੂੰ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਚੇਤੇ ਕਰਵਾਈ। ਉਹਨੂੰ ਫਤਿਹਗੜ੍ਹ ਸਾਹਿਬ ਉਹ ਸਰਹੰਦ ਦੀਆਂ ਨੀਹਾਂ ਚੇਤੇ ਕਰਾਈਆਂ ਵੀ ਕਿਸੇ ਦਿਨ ਜਾਈ ਤੇ ਜਾ ਕੇ ਜਿੱਥੇ ਸਾਹਿਬਜ਼ਾਦੇ ਦੀਵਾਰ ਵਿੱਚ ਖਲੋਤੇ ਆ ਨਾ, ਕਿਤੇ ਉੱਥੇ ਬੈਠ ਕੇ ਆਪਣਾ ਮਸਤਕ ਨਾਲ ਲਾ ਕੇ ਤੇ ਸੋਚੀ ਵੀ ਮੈਂ ਕਿਹਦੇ ਮਗਰ ਲਾ ਕੇ ਤੇ ਕੀ ਕਰ ਬੈਠਾ। ਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਹੀ ਕਿਤੇ ਵੇਖ ਲੈਂਦਾ ਵੀ ਗੁਰੂ ਸਾਹਿਬ ਮੇਰੇ ਵੱਲ ਵੇਖਣਗੇ ਕਿ ਨਹੀਂ ਵੇਖਣਗੇ। ਗੁਰੂ ਗੋਬਿੰਦ ਸਿੰਘ ਜੀ ਮੈਨੂੰ ਖੁਸ਼ੀਆਂ ਦੇਣਗੇ ਕਿ ਨਹੀਂ ਦੇਣਗੇ। ਮੈਂ ਗੁਰੂ ਤੋਂ ਬੇਮੁਖ ਹੋ ਗਿਆ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਜਦੋਂ ਇਸ ਤਰ੍ਹਾਂ ਦੀਆਂ ਕੁਝ ਵਿਚਾਰਾਂ ਉਹਦੇ ਨਾਲ ਸਾਂਝੀਆਂ ਕੀਤੀਆਂ, ਉਹਨੂੰ ਆਖਿਆ ਕੁਛ ਨਾ ਕਰ, ਤੂੰ ਇੱਕ ਵਾਰ ਜ਼ਰੂਰ ਜਾ ਤੇ ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਆਪਣਾ ਸੀਸ ਰੱਖ ਕੇ ਬਸ ਅੰਦਰ ਝਾਤੀ ਮਾਰ ਲਈ, ਮੁੜ ਕੇ ਕੁਝ ਕਹਿਣ ਦੀ ਲੋੜ ਨਹੀਂ। ਉਹ ਐਸੀ ਕਹਿੰਦੇ ਨੇ ਕਿਰਪਾ ਹੋ ਗਈ। ਅੱਜ ਫਿਰ ਉਹੀ ਜਿਹੜਾ ਗੁਰੂ ਤੋਂ ਬੇਮੁਖ ਹੋਇਆ ਸੀ ਨਾ, ਅੱਜ ਗੁਰੂ ਦਾ ਸਾਬਤ ਸੂਰਤ ਹੋ ਕੇ ਅੱਜ ਉਹਨੇ ਖੰਡੇ ਦੀ ਪੌਲ ਵੀ ਲੈ ਲਈ। ਅੱਜ ਫਿਰ ਗੁਰੂ ਦੇ ਘਰ ਵਿੱਚ ਭਾਵਨਾ ਨਾਲ ਜੁੜਦਾ। ਔਰ ਦੇਖੋ ਕਮਾਲ ਦੀ ਗੱਲ, ਜਿਹੜੀ ਕਹਿੰਦੀ ਸੀ ਵੀ ਮੈਨੂੰ ਆਪਣੇ ਪੇਕੇ, ਆਪਣੇ ਪਰਿਵਾਰ, ਆਪਣੀ ਸਹੇਲੀਆਂ ਦੀ ਪਰਵਾਹ ਹੈ, ਅੱਜ ਉਹੀ ਕਹਿੰਦੀ ਹੈ ਵੀ ਜਿੱਧਰ ਤੂੰ ਚੱਲੇਗਾ ਮੈਂ ਤੇਰੇ ਨਾਲ ਨਾਲ ਚੱਲਾਂਗੀ।
ਉਹ ਕਹਿੰਦੀ ਆ ਵੀ ਮੈਨੂੰ ਅੱਜ ਆਪਣੀ ਸੁਸਾਇਟੀ ਦੀ ਪਰਵਾਹ ਨਹੀਂ ਹੈ, ਮੈਨੂੰ ਤੇਰੀ ਪਰਵਾਹ, ਕਿਉਂਕਿ ਮੈਂ ਤੇਰੇ ਨਾਲ ਵਿਆਹ ਕੇ ਆਈ ਹਾਂ। ਹੁਣ ਜਦੋਂ ਦੇਖੋ ਇਹ ਗੱਲ ਅੱਜ ਦੀ ਨਹੀਂ ਹੈ, ਜਦੋਂ ਗੁਰੂ ਹਰਗੋਬਿੰਦ ਸਾਹਿਬ ਵੇਲੇ ਇੱਕ ਗੁਰਸਿੱਖ ਪਰਿਵਾਰ ਦੀ ਧੀ ਵਿਆਹ ਕੇ ਚੱਲੀ ਤੇ ਪਤਾ ਲੱਗਾ ਵੀ ਜਿਹੜੇ ਅੱਗੇ ਸਹੁਰੇ ਨੇ ਉਹ ਸਖੀ ਸਰਵੜੀਏ ਨੇ, ਤੇ ਧੀ ਨੇ ਫਿਰ ਮਨ ਆਪਣਾ ਡੁਲਾਇਆ ਨਹੀਂ, ਘਬਰਾਈ ਨਹੀਂ। ਉਹਨੇ ਆਖਿਆ ਮੈਨੂੰ ਮੇਰੇ ਗੁਰੂ ਹਰਗੋਬਿੰਦ ਸਾਹਿਬ ਤੇ ਭਰੋਸਾ ਹੈ। ਤੇ ਫਿਰ ਘਰ ਜਾਂਦਿਆਂ ਤੱਕ ਭਾਈ ਸਾਧੂ ਤੇ ਕਿਰਪਾ ਹੋ ਗਈ। ਭਾਈ ਸਾਧੂ ਨੇ ਐਸੀ ਕਿਰਪਾ ਗੁਰੂ ਹਰਗੋਬਿੰਦ ਸਾਹਿਬ ਦੀ ਲੈ ਲਈ, ਘਰ ਜਾਂਦਿਆਂ ਸਾਰੀ ਕਹਿ ਦਿੱਤਾ ਵੀ ਇੱਕ ਗੱਲ ਸਾਰੇ ਸੁਣ ਲਓ, ਇਸ ਘਰ ਵਿੱਚ ਅੱਜ ਤੋਂ ਬਾਅਦ ਜਪਜੀ ਸਾਹਿਬ ਦਾ ਪਾਠ ਹੋਏਗਾ, ਅੱਜ ਤੋਂ ਬਾਅਦ ਇਸ ਘਰ ਵਿੱਚ ਕਿਸੇ ਦੀ ਪੂਜਾ ਨਹੀਂ ਹੋਏਗੀ। ਇੱਥੇ ਜੇ ਹੋਏਗਾ ਤੇ ਧੁਰ ਕੀ ਬਾਣੀ ਦਾ ਜਾਪ ਹੋਏਗਾ, ਹੋਰ ਕੁਛ ਨਹੀਂ ਹੋਏਗਾ। ਉਹਨਾਂ ਦੇ ਘਰ ਵਿੱਚ ਹੀ ਫਿਰ ਭਾਈ ਰੂਪਾ ਜੀ ਵਰਗੇ ਪੁੱਤਰ ਆਉਂਦੇ ਆ। ਅੱਜ ਦੁਨੀਆ 'ਚ ਨਾਮ ਹੈ ਭਾਈ ਸਾਧੂ ਤੇ ਭਾਈ ਰੂਪੇ ਦਾ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਰਪਾ। ਸਾਨੂੰ ਭਰੋਸਾ ਹੋਣਾ ਚਾਹੀਦਾ ਹੈ, ਵਾਹਿਗੁਰੂ ਸਤਿਗੁਰੂ ਆਪੇ ਮੁੱਖ ਮੋੜ ਲੈਂਦੇ ਆ। ਸੰਸਾਰ ਵਾਲੇ ਪਾਸਿਓਂ, ਵਿਕਾਰਾਂ ਵਾਲੇ ਪਾਸਿਓਂ ਮੁੱਖ ਆਪੇ ਹੀ ਮੁੜ ਜਾਂਦਾ ਹੈ। ਬਸ ਇੱਕ ਬੇਨਤੀ ਕਰੀਏ ਕਿ ਮਹਾਰਾਜ ਜੀ ਲਾਗੀ ਪ੍ਰੀਤ, ਜਿਹੜੀ ਪ੍ਰੀਤ ਲੱਗੀ ਹੈ ਨਾ ਟੁੱਟੈ ਮੂਲੇ, ਇਹ ਬਿਲਕੁਲ ਉੱਕਾ ਹੀ ਟੁੱਟ ਨਾ ਜਾਵੇ, ਇਹ ਟੁੱਟਣੀ ਨਹੀਂ ਚਾਹੀਦੀ। ਹਰ ਅੰਤਰ ਬਾਹਰ ਰਹਿਆ ਭਰਪੂਰੇ, ਕਿਉਂਕਿ ਤੂੰ ਮੇਰੇ ਜੀਵਨ ਦੇ ਅੰਦਰ ਵੀ ਵਰਤ ਰਿਹਾ ਤੇ ਮੇਰੇ ਜੀਵਨ ਦੇ ਬਾਹਰ ਵੀ ਤੂੰ ਵਰਤ ਰਿਹਾ ਹੈ। ਇਹ ਨਹੀਂ ਕਿ ਕਿਤੇ ਅਧੂਰਾ ਤੇ ਕਿਤੇ ਪੂਰਾ, ਹਰ ਪੱਖ ਦੇ ਵਿੱਚ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕੇ ਹੈ ਸੰਗ। ਘਰ ਦੇ ਬਾਹਰ ਵੀ ਤੇਰਾ ਆਸਰਾ ਹੈ ਤੇ ਘਰ ਦੇ ਅੰਦਰ ਵੀ ਤੇਰਾ ਆਸਰਾ ਹੈ। ਹੁਣ ਕਿਸੇ ਪ੍ਰਕਾਰ ਵੀ ਇਹ ਤੰਦ ਟੁੱਟਣੀ ਨਹੀਂ ਚਾਹੀਦੀ, ਫਿਰ ਅਸੀਂ ਕਦੇ ਵੀ ਗੁਰੂ ਤੇ ਗੁਰੂ ਦੀ ਸਿੱਖੀ ਤੋਂ ਮੁੱਖ ਨਹੀਂ ਮੋੜ ਸਕਾਂਗੇ। ਹਰ ਵੇਲੇ ਉੱਠਦਿਆਂ ਪਰਮੇਸ਼ਵਰ ਦੇ ਨਾਮ ਦਾ ਜਾਪ ਕਰੀਏ। ਤੇ ਸਾਹਿਬ ਜੀ ਕਹਿੰਦੇ ਇਹ ਫਿਰ ਜਿਨ੍ਹਾਂ ਅੰਦਰ ਪ੍ਰੀਤ ਲੱਗ ਗਈ ਉਹਨਾਂ ਅੰਦਰ ਪ੍ਰੀਤ ਟੁੱਟਦੀ ਵੀ ਨਹੀਂ, ਕਿਉਂਕਿ ਉਹਨਾਂ ਨੂੰ ਘਰ ਦੇ ਅੰਦਰ ਤੇ ਬਾਹਰ ਉਸ ਮਾਲਕ ਦੀ ਬਖਸ਼ਿਸ਼ ਮਿਲ ਜਾਂਦੀ ਹੈ। ਸਿਮਰ 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 ਗੁਣ ਗਾਵਾਂ, ਕਾਟੀ ਜਮ ਕੀ ਫਾਸਾ ਜੀਓ। ਜਿਹਦੇ ਅੰਦਰ ਆ ਉੱਪਰਲੇ ਬਚਨਾਂ ਦੀ ਬਖਸ਼ਿਸ਼ ਹੋ ਗਈ, ਉਹ ਕਹਿੰਦੇ ਮਾਲਕ ਜੀ ਸਿਮਰ ਸਿਮਰ ਸਿਮਰ, ਮਨ ਬਚ ਕਰਮ ਕਰਕੇ ਮੈਂ ਤੁਹਾਨੂੰ ਸਿਮਰਦਾ ਹਾਂ। ਸਿਮਰ ਸਿਮਰ ਕੇ, ਰਾਰੇ ਨੂੰ ਸਿਹਾਰੀ ਹੈ, ਸਿਮਰ 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 ਕੇ ਗੁਣ ਗਾਵਾਂ, ਮੈਂ ਤੁਹਾਡੇ ਦਿਨ ਰਾਤ ਗੁਣ ਗਾਉਂਦਾ ਹਾਂ। ਕਿਉਂ? ਕਿਉਂਕਿ ਤੁਸੀਂ ਮੇਰੇ ਜੰਮ ਦੀ ਫਾਹੀ ਨੂੰ ਕੱਟ ਕੇ ਰੱਖ ਦਿੱਤਾ ਹੈ। ਹੁਣ ਦੁਨੀਆ ਵਿੱਚ ਜਿਹੜੇ ਵੱਡੇ ਵੱਡੇ ਸਿਆਣੇ, ਵੱਡੇ ਵੱਡੇ ਜੋਤਸ਼ੀ, ਬੜੇ ਵੱਡੇ ਵੱਡੇ ਮਹਾਨ ਪੁਰਸ਼ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ, ਜਿਨ੍ਹਾਂ ਕੋਲੋਂ ਅਸੀਂ ਪੁੱਛਣ ਲਈ ਜਾਂਦੇ ਆ, ਕੋਈ ਦੁਨੀਆ ਵਿੱਚ ਹੈ ਜਿਹੜਾ ਤੁਹਾਡੇ ਜੰਮ ਦੀ ਫਾਹੀ ਕੱਟ ਦੇਵੇ? ਜਿਹੜਾ ਤੁਹਾਡੇ ਜੰਮ ਦੀ ਫਾਹੀ ਕੱਟ ਕੇ ਰੱਖ ਦੇਵੇ ਉਹ ਤੁਹਾਨੂੰ ਉਲਝਾ ਤਾਂ ਦੇਗਾ, ਪਰ ਤੁਹਾਡੇ ਜੰਮ ਦੀ ਫਾਹੀ ਨਹੀਂ ਕੱਟ ਸਕਦਾ। ਉਹ ਕੌਣ ਕੱਟੇਗਾ? ਪਰਮੇਸ਼ਵਰ ਦਾ ਨਾਮ। ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਤੁਹਾਡੇ ਜੰਮ ਦੀ ਦੁੱਖਾਂ ਦੀ ਫਾਹੀ ਕੱਟੀ ਨਹੀਂ ਜਾ ਸਕਦੀ। ਇਹਨੂੰ ਅੱਜ ਸਮਝ ਲਈਏ, ਭਾਵੇਂ ਕੱਲ ਸਮਝ ਲਈਏ, ਜਾਂ ਫਿਰ ਭਟਕਦੇ ਭਟਕਦੇ ਅਸੀਂ ਇੱਕ ਥਾਂ ਜਿੱਥੇ ਟਿਕਾਂਗੇ ਉੱਥੇ ਆ ਕੇ ਸਮਝ ਆਏਗੀ। ਫਿਰ ਵੀ ਤੇ ਆ ਕੇ ਕਵਾਂਗੇ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਫਿਰ ਵੀ ਤੇ ਕਵਾਂਗੇ ਸਗਲ ਦੁਆਰ ਕੋ ਛਾੜ ਕੇ। ਪਹਿਲਾਂ ਉਹਨਾਂ ਦੁਆਰਿਆਂ ਤੇ ਭਟਕਦਾ ਫਿਰਦਾ ਸੀ। ਸਾਹਿਬ ਜੀ ਕਹਿੰਦੇ ਜਿਹਦੀ ਪ੍ਰੀਤ ਲੱਗ ਗਈ, ਉਹਨਾਂ ਆਖਿਆ ਮਾਲਕ ਜੀ ਮੈਂ ਮਨ ਕਰਕੇ, ਬਚਨਾ ਕਰਕੇ, ਕਰਮ ਕਰਕੇ ਤੁਹਾਡੇ ਗੁਣ ਗਾਉਂਦਾ ਹਾਂ, ਕਿਉਂਕਿ ਇਸ ਗੁਣ ਗਾਉਣ ਨਾਲ ਹੀ, ਸਿਮਰਨ ਕਰਨ ਦੇ ਨਾਲ ਹੀ ਕਾਟੀ ਜਮ ਕੀ ਫਾਸਾ ਜੀਓ, ਜਮ ਦੀ ਫਾਹੀ ਕੱਟੀ ਜਾਂਦੀ ਹੈ। ਅੰਮ੍ਰਿਤ ਵਰਖੈ ਅਨਹਦ ਬਾਣੀ,
ਮਨ ਤਨ ਅੰਤਰ ਸ਼ਾਂਤ ਸਮਾਣੀ ਤ੍ਰਿਪਤ ਅਗਾਏ ਰਹੇ ਜਨ ਤੇਰੇ ਸਤਿਗੁਰ ਕੀਆ ਦਿਲਾਸਾ ਜਿਉ। ਹੁਣ ਜਦੋਂ ਜਮ ਦੀ ਫਾਹੀ ਕੱਟੀ ਗਈ, ਅੰਮ੍ਰਿਤ ਵਰਖੈ ਅਨਹਦ ਬਾਣੀ। ਹੁਣ ਕੀ ਹੋਇਆ? ਜਿਹੜੀ ਅਨਹਦ ਬਾਣੀ ਹੈ, ਅੰਮ੍ਰਿਤ ਰਸ ਦੇ ਨਾਲ ਭਰਪੂਰ ਬਾਣੀ ਹੈ, ਹੁਣ ਉਹ ਅੰਦਰ ਉਹਦੀ ਬਰਸਾਤ ਹੋਣ ਲੱਗ ਪਈ। ਉਹਦੀ ਵਰਖਾ ਜਿਹੜੀ ਸੀ ਅੰਮ੍ਰਿਤ ਰਸ ਦੀ ਬਰਸਾਤ ਹੋਣ ਲੱਗ ਪਈ। ਜਦੋਂ ਜਮ ਦੀ ਫਾਹੀ ਕੱਟੀ ਗਈ, ਪ੍ਰੀਤ ਦੀ ਤੰਦ ਜੁੜ ਗਈ, ਗੁਣ ਗਾਉਣੇ ਸ਼ੁਰੂ ਕਰ ਦਿੱਤੇ, ਵਾਹਿਗੁਰੂ ਦੇ ਚਰਨ ਅੰਦਰ ਸਮਾ ਗਏ, ਕਲਾ ਕਲੇਸ਼ ਮੁੱਕ ਗਿਆ। ਹੁਣ ਅੰਮ੍ਰਿਤ ਵਰਖੈ, ਹੁਣ ਅੰਮ੍ਰਿਤ ਦੀ ਬਰਸਾਤ ਜਿਹੜੀ ਸੀ ਉਹ ਹੋਣ ਲੱਗ ਪਈ। ਕਿਹੜੇ ਅੰਮ੍ਰਿਤ ਦੀ? ਜਿਹੜੀ ਅਨਹਦ ਬਾਣੀ ਹੈ। ਉਹ ਹੁਣ ਅਨਹਦ ਬਾਣੀ ਜਿਹੜੀ ਹੈ ਅੰਦਰ ਉਹ ਧੁਨੀ ਜਿਹੜੀ ਸੀ ਉਹ ਚੱਲ ਪਈ, ਉਹਦੀ ਬਰਸਾਤ ਹੋਣ ਲੱਗ ਪਈ। ਤੇ ਜਦੋਂ ਬਰਸਾਤ ਹੋਣ ਲੱਗ ਪਈ, ਰਸ ਅੰਦਰ ਵਰਸਣ ਲੱਗ ਪਿਆ, ਝਿਮ ਝਿਮ ਵਰਸੈ, ਅੰਮ੍ਰਿਤ ਧਾਰਾ ਦੀ ਖੇਡ ਬਣ ਗਈ। ਫਿਰ ਕੀ ਹੋਇਆ? ਮਨ ਤਨ ਸ਼ਾਂਤ, ਅੰਤਰ ਸ਼ਾਂਤ ਸਮਾਣੀ। ਹੁਣ ਮਨ ਵੀ ਸ਼ਾਂਤ ਤੇ ਤਨ ਵੀ ਸ਼ਾਂਤ ਹੋ ਗਿਆ। ਹੁਣ ਮਨ ਦੇ ਨਾਲ ਨਾਲ ਤਨ ਵੀ ਸ਼ਾਂਤ ਹੋ ਗਿਆ। ਹੁਣ ਇਹ ਤ੍ਰਿਪਤ ਅੰਦਰ ਹੋ ਗਿਆ, ਤ੍ਰਿਸ਼ਨਾ ਅੰਦਰੋਂ ਮੁੱਕ ਗਈ, ਅੰਦਰ ਰੱਜ ਆ ਗਿਆ। ਮਨ ਤਨ ਅੰਤਰ ਸ਼ਾਂਤ ਸਮਾਣੀ ਤ੍ਰਿਪਤ ਅਘਾਏ ਰਹੇ ਜਨ ਤੇਰੇ ਸਤਿਗੁਰ ਕੀਆ ਦਿਲਾਸਾ ਜਿਉ। ਪਹਿਲਾਂ ਹੀ ਬੇਨਤੀ ਕੀਤੀ, ਜਦੋਂ ਅਸੀਂ ਬਾਣੀ ਪੜ੍ਹਨਾ ਸ਼ੁਰੂ ਕਰਦੇ ਹਾਂ ਮਨ ਬੜਾ ਡੋਲਦਾ ਹੈ, ਘਬਰਾਉਂਦਾ ਹੈ। ਜਦੋਂ ਅਸੀਂ ਅਰਦਾਸ ਕਰਨੀ ਸ਼ੁਰੂ ਕਰਦੇ ਹਾਂ ਮਨ ਬੜਾ ਘਬਰਾਉਂਦਾ ਹੈ ਵੀ ਮਨਾਂ ਛੱਡ ਕੀ ਕਰਨਾ ਹੈ, ਇੱਥੇ ਅਰਦਾਸ ਕਰ ਲਈ ਕਿਤੇ ਹੋਰ ਚੱਲਦੇ ਹਾਂ ਹੁਣ, ਜਾਂ ਫਲਾਣੇ ਕੋਲ ਚੱਲਦੇ, ਬੜਾ ਮਨ ਘਬਰਾਉਂਦਾ ਹੈ। ਮਨ ਬਦੋ ਬਦੀ ਭੱਜਣ ਨੂੰ ਕਰਦਾ ਹੈ, ਪਰ ਸਤਿਗੁਰੂ ਨੇ ਕੋਲ ਬਿਠਾ ਕੇ ਦਿਲਾਸਾ ਦਿੱਤਾ, ਧੀਰਜ ਦਿੱਤਾ, ਹੌਸਲਾ ਦਿੱਤਾ। ਮਹਾਰਾਜ ਕਹਿੰਦੇ ਟਿਕ ਜਾ, ਐਵੇਂ ਭਟਕਿਆ ਨਾ ਫਿਰ, ਐਵੇਂ ਅਧੂਰਿਆਂ ਕੋਲ ਕਿਤੇ ਭਟਕਦਿਆਂ ਜ਼ਿੰਦਗੀ ਨਾ ਗਵਾ ਬੈਠੀ। ਆ ਬੈਠ, ਸਤਿਗੁਰ ਰਾਰੇ ਨੂੰ ਸਿਹਾਰੀ, ਸਤਿਗੁਰ ਨੇ ਦੀਆਂ ਦਿਲਾਸਾ, ਸਤਿਗੁਰੂ ਜੀ ਨੇ ਦਿਲਾਸਾ ਦਿੱਤਾ, ਹੌਸਲਾ ਦਿੱਤਾ, ਧੀਰਜ ਦਿੱਤਾ। ਤੇ ਜਦੋਂ ਧੀਰਜ ਦਿੱਤਾ ਫਿਰ ਸਿਮਰ 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 ਜੋ ਗੁਣ ਗਾਵਾਂ। ਤੇ ਜਦੋਂ ਬੈਠ ਕੇ ਟਿਕ ਕੇ ਗੁਣ ਗਾਇਆ, ਅੰਮ੍ਰਿਤ ਬਰਸਾਤ, ਜਦੋਂ ਅੰਮ੍ਰਿਤ ਦੇ ਨਾਮ ਦੀ ਬਰਸਾਤ ਹੋਈ ਤਾਂ ਤ੍ਰਿਪਤ ਅਘਾਏ ਰਹੇ ਜਨ ਤੇਰੇ। ਜਿਹੜੇ ਜਨ ਗੁਰਮੁਖ ਜਨਾਂ ਨੂੰ ਸਤਿਗੁਰੂ ਨੇ ਦਿਲਾਸਾ ਦੇ ਕੇ ਬਿਠਾ ਲਿਆ, ਉਹਨਾਂ ਉੱਤੇ ਅੰਮ੍ਰਿਤ ਨਾਮ ਦੀ ਬਰਸਾਤ ਜਦੋਂ ਹੋਈ ਉਹ ਤ੍ਰਿਪਤ ਹੋ ਗਏ, ਉਹ ਅੰਦਰੋਂ ਰੱਜ ਗਏ। ਆ ਘਾਏ ਦਾ ਅਰਥ ਹੁੰਦਾ ਰੱਜ ਜਾਣਾ, ਤ੍ਰਿਪਤ ਹੋ ਜਾਣਾ, ਮਨ ਸੰਤੁਸ਼ਟ ਹੋ ਗਿਆ। ਹੁਣ ਮਨ ਭਟਕਦਾ ਨਹੀਂ ਹੈ, ਹੁਣ ਮਨ ਵਿੱਚੋਂ ਚੰਚਲਤਾਈ ਵੀ ਖਤਮ ਹੋ ਗਈ, ਤ੍ਰਿਸ਼ਨਾ ਜਿਹੜੀ ਸੀ ਉਹ ਵੀ ਅੰਦਰੋਂ ਮੁੱਕ ਗਈ। ਹੁਣ ਅੰਦਰ ਕਹਿੰਦੇ ਨੇ ਇਹ ਮਾਇਆਵੀ ਪਦਾਰਥਾਂ ਦੀ ਪਿਆਸ ਨਹੀਂ ਲੱਗਦੀ, ਹੁਣ ਅੰਦਰ ਤ੍ਰਿਪਤ ਹੋ ਗਿਆ, ਮਨ ਸ਼ਾਂਤ ਹੋ ਗਿਆ। ਉਹਨਾਂ ਗੁਰਮੁਖ ਜਨਾਂ ਦਾ ਜਿਨ੍ਹਾਂ ਨੂੰ ਸਤਿਗੁਰੂ ਨੇ ਦਿਲਾਸਾ ਦੇ ਕੇ, ਹੌਸਲਾ ਦੇ ਕੇ, ਕੋਲ ਬਿਠਾ ਕੇ ਨਾਮ ਦੀ ਰੰਗਤ ਦੇ ਦਿੱਤੀ ਹੈ। ਜਿਸ ਕਾ ਸਾਥ ਤਿਸ ਤੇ ਫਲ ਪਾਇਆ, ਕਰ ਕਿਰਪਾ ਪ੍ਰਭ ਸੰਗ ਮਿਲਾਇਆ। ਆਵਣ ਜਾਣ ਰਹੇ ਵਡਭਾਗੀ, ਨਾਨਕ ਪੂਰਨ ਆਸਾ ਜਿਉ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ 4 ਪਦਿਆਂ ਵਾਲਾ ਸ਼ਬਦ, ਔਰ ਇੱਕ ਪਦੇ ਤੋਂ ਬਾਅਦ ਦੂਸਰਾ ਪਦਾ, ਦੂਸਰੇ ਤੋਂ ਤੀਸਰਾ, ਤੇ ਤੀਸਰੇ ਤੋਂ ਬਾਅਦ ਚੌਥਾ ਪਦਾ। ਸਤਿਗੁਰੂ ਜੀ ਨੇ ਇੱਕ ਕੜੀ, ਇੱਕ ਲੜੀ ਜਿਹੜੀ ਸੀ ਬਣਾ ਕੇ ਕਿਰਪਾ ਕੀਤੀ। ਹੁਣ ਸਤਿਗੁਰ ਕੀਆਂ ਦਿਲਾਸਾ ਜਿਉ, ਸਤਿਗੁਰ ਨੇ ਜਿਨ੍ਹਾਂ ਨੂੰ ਦਿਲਾਸਾ ਦੇ ਕੇ ਟਿਕਾ ਲਿਆ ਵੀ ਬੈਠ, ਉਹਦੀ ਕਿਰਪਾ ਮਾਲਕ ਦੀ ਹੋਏਗੀ।
ਤੇ ਇੱਕ ਦਿਨ ਕਿਰਪਾ ਹੋ ਗਈ, ਅੰਮ੍ਰਿਤ ਵਰਖਾ ਅਨਹਦ ਬਾਣੀ, ਅੰਮ੍ਰਿਤ ਬਾਣੀ ਦੀ ਵਰਖਾ ਹੋਣ ਲੱਗ ਪਈ। ਮਨ ਅੰਦਰ ਤ੍ਰਿਪਤ ਹੋ ਗਿਆ, ਮਨ ਰੱਜ ਗਿਆ, ਮਨ ਸੰਤੁਸ਼ਟ ਹੋ ਗਿਆ। ਤੇ ਜਦੋਂ ਮਨ ਅੰਦਰ ਸੰਤੁਸ਼ਟ ਹੋ ਗਿਆ, ਫਿਰ ਜਿਸ ਕਾ ਸਾ ਤਿਸ ਤੇ ਫਲ ਪਾਇਆ। ਫਲ ਤੇ ਇੱਥੇ ਆ ਕੇ ਮਿਲਣਾ। ਫਲ ਇੱਕ ਮਹੀਨੇ ਵਿੱਚ ਫਲ ਨਹੀਂ ਮਿਲਣਾ, ਫਲ ਮਿਲਣਾ ਜਾ ਕੇ 12ਵੇਂ ਮਹੀਨੇ ਵਿੱਚ। ਇੱਕ ਦਿਨ ਵਿੱਚ ਫਲ ਥੋੜੀ ਮਿਲਣਾ। ਚੇਤ ਤੋਂ ਸ਼ੁਰੂ ਹੋਵਾਂਗੇ ਤੇ ਜਾ ਕੇ ਮਾਘ ਤੱਕ ਪਹੁੰਚਾਂਗੇ, ਫਿਰ ਜਾ ਕੇ ਕਿਤੇ ਫਲ ਮਿਲਣਾ। ਇਹ ਥੋੜੀ ਇੱਕੋ ਦਿਨ ਵਿੱਚ ਹੀ ਫਲ ਮਿਲ ਜਾਣਾ। ਇੱਕ ਦਿਨ ਵਿੱਚ ਤਾਂ ਬੀਜ ਵੀ ਫਲ ਨਹੀਂ ਦਿੰਦਾ। ਜਿਹੜਾ ਜ਼ਮੀਨ ਵਿੱਚ ਆਪਾਂ ਬੀਜ ਪਾਇਆ, ਉਹ ਇੱਕ ਦਿਨ 'ਚ ਦੇ ਉਹਨੂੰ ਵੀ ਨਹੀਂ ਫਲ ਲੱਗ ਜਾਂਦਾ। ਉਹਨੂੰ ਵੀ ਸਮਾਂ ਲੱਗਦਾ, ਉਹਨੂੰ ਵੀ ਕੁਝ ਵਕਤ ਲੱਗਦਾ ਫਲ ਬਣਨ ਤੱਕ। ਮਹਾਰਾਜ ਕਹਿੰਦੇ ਆ, ਜਿਹਨੇ ਇਹ ਤੈਨੂੰ ਜੀਵਨ ਦਿੱਤਾ ਨਾ, ਫਲ ਵੀ ਤੈਨੂੰ ਉਨਾ ਹੀ ਦੇਣਾ ਹੈ। ਹੁਣ ਜੀਵਨ ਕਿਸੇ ਨੇ ਦਿੱਤਾ ਹੈ ਤੇ ਫਲ ਕਿਸੇ ਕੋਲੋਂ ਮੰਗਦੇ ਪਏ ਆ। ਦਾਤਾ ਕੋਈ ਹੈ, ਪਰ ਦਾਤਾਰ ਅਸੀਂ ਕਿਸੇ ਹੋਰ ਨੂੰ ਬਣਾ ਕੇ ਬੈਠੇ ਆ। ਇਸ ਲਈ ਸਭ ਕਹਿੰਦੇ ਸਤਿਗੁਰੂ ਨੇ ਜਿਨ੍ਹਾਂ ਨੂੰ ਹੌਸਲਾ ਦਿੱਤਾ ਸੀ, ਉਹਨਾਂ ਨੇ ਅੰਦਰ ਮਨ ਨੂੰ ਤ੍ਰਿਪਤ ਕਰ ਲਿਆ ਤੇ ਫਿਰ ਉਹਨਾਂ ਉੱਤੇ ਕਿਰਪਾ ਹੋਈ। ਫਲ ਗੁਣ ਆਨੰਦ ਉਪਾਰਜਣਾ ਹਰ ਸੱਜਣ ਪ੍ਰਗਟਿਆ। ਅਸੀਂ ਹਾਂ ਕਿਦੇ ਸੱਜਣ ਦੇ ਹੀ ਆ। ਇਹ ਜੀਵਨ ਤਾਂ ਉਸ ਮਾਲਕ ਦਾ ਦਿੱਤਾ ਹੋਇਆ ਹੈ। ਸਾਡੀ ਜੀਵ ਆਤਮਾ ਤੇ ਰੱਬੀ ਜੋਤ ਦੀ ਹੈ ਨਾ, ਤੇ ਰੱਬੀ ਜੋਤ ਵਿੱਚ ਹੀ ਸਮਾ ਜਾਣਾ। ਇਹਨੇ ਕਿਤੇ ਹੋਰ ਨਹੀਂ ਸਮਾਉਣਾ। ਮਿੱਟੀ ਨੇ ਮਿੱਟੀ 'ਚ, ਪਾਣੀ ਨੇ ਪਾਣੀ 'ਚ, ਹਵਾ ਨੇ ਹਵਾ 'ਚ, ਤੇ ਰੱਬੀ ਜੋਤ ਕਿੱਥੇ ਸਮਾਏਗੀ? ਇਹ ਰੱਬੀ ਜੋਤ ਵਿੱਚ ਹੀ ਸਮਾਉਣੀ ਹੈ। ਇਹੀ ਫਲ ਹੈ। ਪਰ ਇਹ ਮਿਲੇਗਾ ਕਿਵੇਂ? ਜਦੋਂ ਅਸੀਂ ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਗੁਰੂ ਦੀ ਕਿਰਪਾ ਦੇ ਪਾਤਰ ਬਣਾਂਗੇ। ਫਲ ਗੁਣ ਆਨੰਦ ਉਪਾਰਜਣਾ ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ। ਹੁਣ ਜਿਸ ਕਾ ਸਾ, ਜਿਹਦਾ ਇਹ ਜੀਵਨ ਸੀ, ਜਦੋਂ ਉਹਦੇ ਨਾਮ ਦੀ ਕਮਾਈ ਕੀਤੀ, ਤਿਸ ਤੇ ਫਲ ਪਾਇਆ, ਉਹਦੇ ਤੋਂ ਹੀ ਇਹ ਫਲ ਪ੍ਰਾਪਤ ਕਰ ਲਿਆ। ਜਿਹੜੀ ਜੰਮ ਦੀ ਫਾਹੀ ਕੱਟੀ ਗਈ, ਅੰਮ੍ਰਿਤ ਦੀ ਬਰਸਾਤ ਹੋਣ ਲੱਗ ਪਈ, ਅੰਦਰ ਤ੍ਰਿਪਤ ਹੋ ਗਿਆ, ਕਲਾ ਕਲੇਸ਼ ਮੁੱਕ ਗਿਆ। ਇਹ ਫਲ ਉਸੇ ਤੋਂ ਹੀ ਪਾਇਆ। ਕਰ ਕਿਰਪਾ ਪ੍ਰਭ ਸੰਗ ਮਿਲਾਇਆ। ਤੇ ਫਲ ਪਾਉਂਦਿਆਂ ਹੀ ਉਸ ਮਾਲਕ ਨੇ ਕਿਰਪਾ ਕੀਤੀ। ਠਾਕੁਰ ਵਾਹਿਗੁਰੂ ਜੀ ਨੇ ਇਹ ਫਲ ਵੀ ਦਿੱਤਾ ਔਰ ਆਪਣੇ ਨਾਲ ਮਿਲਾ ਵੀ ਲਿਆ। ਤੇ ਜਦੋਂ ਆਪਣੇ ਨਾਲ ਮਿਲਾ ਲਿਆ, ਆਵਣ ਜਾਣ ਰਹੇ ਵੱਡ ਭਾਗੇ। ਉਹ ਜਿਹੜੇ ਵੱਡੇ ਭਾਗਾਂ ਵਾਲੇ ਸਨ, ਉਹਨਾਂ ਦਾ ਆਉਣਾ ਜਾਣਾ ਹੀ ਮੁੱਕ ਗਿਆ। ਨਾਨਕ ਪੂਰਨ ਆਸਾ ਜੀਓ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ, ਉਹਨਾਂ ਦੀਆਂ ਸਭੇ ਆਸਾਂ ਪੂਰੀਆਂ ਹੋ ਗਈਆਂ, ਸਭੇ ਇੱਛਾਵਾਂ ਪੂਰੀਆਂ ਹੋ ਗਈਆਂ। ਕੋਈ ਅੰਦਰ ਆਸ ਬਾਕੀ ਰਹੀ ਨਹੀਂ ਗਈ। ਜਿਨ੍ਹਾਂ ਨੂੰ ਵਾਹਿਗੁਰੂ ਜੀ ਨੇ ਆਪਣੇ ਨਾਲ ਮਿਲਾ ਲਿਆ, ਉਹਨਾਂ ਦੇ ਕਲ ਕਲੇਸ਼ ਮੁਕਾ ਦਿੱਤੇ। ਅੱਜ ਦੇ ਇਸ ਸ਼ਬਦ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਕਿਰਪਾ ਕੀਤੀ ਹੈ, ਇਹਨੂੰ ਸਮਝ ਕੇ ਆਪਣੇ ਹਿਰਦੇ ਵਿੱਚ ਅਸੀਂ ਵੀ ਵਾਹਿਗੁਰੂ ਜੀ ਦੇ ਚਰਨਾਂ ਨੂੰ ਵਸਾਉਣ ਦਾ ਯਤਨ ਕਰੀਏ। ਅਰਦਾਸ ਕਰੀਏ ਕਿ ਮਾਲਕ ਜੀ, ਇਹ ਜਿਹੜਾ ਰੱਬੀ ਨਾਮ ਹੈ, ਇਹੀ ਚਰਨ ਬਣ ਕੇ ਸਾਡੇ ਹਿਰਦੇ ਦੇ ਵਿੱਚ ਵਸ ਜਾਏ, ਤਾਂ ਸਾਡੀ ਜ਼ਿੰਦਗੀ 'ਚੋਂ ਕਲਾ ਕਲੇਸ਼ ਮੁੱਕ ਜਾਏ, ਦੁੱਖ ਰੋਗ ਚਿੰਤਾਵਾਂ ਮੁੱਕ ਜਾਣ। ਬਸ ਸਾਡੇ ਤੇ ਇੱਕ ਰਹਿਮਤ ਬਖਸ਼ਿਸ਼ ਕਰ ਦਿਓ। ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹ, ਨਾਨਕ ਚਾਓ ਇਹ।
ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਆਈਏ, ਗੁਰੂ ਵਾਲੇ ਬਣੀਏ ਔਰ ਸੰਗਤ ਵਿੱਚ ਜੁੜ ਕੇ ਇਹ ਮੰਗ ਗੁਰੂ ਸਾਹਿਬ ਦੇ ਅੱਗੇ ਰੱਖੀਏ ਤਾਂ ਕਿ ਨਾਮ ਦੀਆਂ ਬਖਸ਼ਿਸ਼ਾਂ ਮਿਲਣ ਤੇ ਇੱਕ ਦਿਨ ਫਿਰ ਅੰਮ੍ਰਿਤ ਵਰਖੈ ਅਨਹਦ ਬਾਣੀ, ਸਾਡੇ ਜੀਵਨ ਵਿੱਚ ਵੀ ਅੰਮ੍ਰਿਤ ਬਾਣੀ ਦੀ ਬਰਸਾਤ ਹੋਵੇ ਤੇ ਸਾਡਾ ਮਨ ਵੀ ਤ੍ਰਿਪਤ ਹੋ ਜਾਏ ਤੇ ਉਹ ਫਲ ਮਿਲ ਜਾਏ ਜਿਸ ਫਲ ਨੂੰ ਪ੍ਰਾਪਤ ਕਰਦਿਆਂ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਨਾਮ ਬਾਣੀ ਦੇ ਰੰਗ ਵਿੱਚ ਰੰਗੀ ਰੱਖਣ। ਗੁਰੂ ਸਾਹਿਬ ਜੀ ਦੇ ਅੱਜ ਦੇ ਪਾਵਨ ਬਚਨ ਆਪਣੇ ਹਿਰਦੇ ਦੇ ਵਿੱਚ ਵਸਾ ਲਈਏ ਜੀ। ਜਿਸ ਕਾ ਸਾਥ ਤਿਸ ਤੇ ਫਲ ਪਾਇਆ, ਕਰ ਕਿਰਪਾ ਪ੍ਰਭ ਸੰਗ ਮਿਲਾਇਆ। ਆਵਣ ਜਾਣ ਰਹੇ ਵਡਭਾਗੀ, ਨਾਨਕ ਪੂਰਨ ਆਸਾ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ। ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸੱਚ